ਦੇਣਾ ਦੇ ਕੇ ਮਿਰਜ਼ਾ ਮਸਰੂਰ ਮਿਰਜ਼ਾ ਮਹਮੂਦ ਮਿਰਜ਼ਾ ਤਾਹਿਰ ਮਿਰਜ਼ਾ ਪੁੱਤਰਾ ਦੇ ਨਾ ਹਲਮ ਦੇ ਇਸ ਕੁੱਤੇ ਦੇ ਬੱਚੇ ਸੁਣ ਲਿਆ ਨੇ ਲੋਕੋ ਇਹ ਭੈਣ ਚੋਦ ਨਹੀਂ ਪਿਆ ਦਿੰਦਾ ਸਾਨੂੰ ਪਤਾ ਹੈ ਇਹ ਗਾਂਡੂ ਰਿਹਾ ਉਹ ਤੂੰ ਵੀ ਤੇ ਹਲਫ ਦੀ ਨਾ ਦੇ ਰਿਹਾ ਆਪਣੇ ਖਲੀਫਿਆਂ ਦਾ ਮੈਂ ਹਲਫ ਦੇਣਾ ਆਪਣਾ ਤੂੰ ਹਲਫ ਦੇਣਾ ਆਪਣੇ ਮਿਰਜ਼ਾ ਮਹਮੂਦ ਦਾ ਗਾਂਡੂ ਦਿਆ ਪੁੱਤਰਾ ਤੇਰਾ ਪਿਓ ਵੀ ਗਾਂਡੂ ਸੀ ਖੋਤੀ ਦਿਆ ਪੁੱਤਰਾ अच्छा तू हलम दे के खुदा तेरी हरकतां तो पता लग रहा है तू गांडू दा बच्चा रहा है गांडू दा बच्चा अच्छा ये दास पुत्रा देना हलम ओ भाइयों सुनने वालों आज के बाद अगर तुम लोग किसी गांडू ना बोलोगे तो तुम आराम दो खोती दे बच्चा ये अच्छा ये दास खुदा ने खलीफे का बच्चा हलफ नहीं दे रहा कंजर खाने के खलीफे यूरो की शरण लगाता हूँ ये कैमरा ऑन करके अपने एक बेटे के सर पर हाथ रखे कुरान पर हाथ रखे कि इसने गांड नहीं मराई 5000 यूरो एक कंजर खाने दे खलीफे खुदा ने बनाए ने हलफ दे 5000 हलफ दे के कंजर का बच्चा इधर नहीं आएगा खुदा ने बनाए ने ये रंडी का बच्चा इधर नहीं आएगा क्योंकि इसे पता है अच्छा नहीं आएगा इस वजह से नहीं आएगा ये मर्दाई कंजर इधर नहीं आएगा ये खलीफियाल नहीं आएगा ये कंजर ने बोनवीज ले दे ये हलफ नहीं देगा मैं कंजर मर्दाई कंजर खलीफियाल नहीं आएगा कि ये खलीफे गांडू ने हलफ नहीं देगा गांडू का करो गांडू आ गया खलीफे गांडू ने सारे गूं खाने गांडू आ गया गांडू खान आ गया गांडू खान आ गया नहीं आएगा इस आ गया गांडू खान आ गया मर्दाई नहीं आएगा आ गया गांडू खान आ गया मर्दाई हलफ दे के खुदा ने खलीफे बनाए लोड़ा नहीं जिस खुदी चो तू निकले मैं उसी लोड़ा पाई तेरी मां दी कुस मारा मैं खोती दे पुत्रा बदनसलिया है तेरी रन नु 14 बुंडा ला मैं तेरी मां नु लोड़ा दई गांडू जात दा गांडू ਭੈਣ ਦਾ ਲੰਨ ਤੇ ਜਮਾਤ ਤੇ ਉਂਗਲੀਆਂ ਚ ਖੋਤੀ ਦੇ ਪੁੱਤਰਾ ਦੇ ਮਰੇ ਦਾ ਬੱਚਾ ਬਣ ਹਲਫ ਦੇ ਮਰਨ ਦਾ ਬੱਚਾ ਬਣ ਵੱਡਾ ਤੇ ਖਲੀਫਾ ਖੁਦਾ ਨੇ ਬਣਾਏ ਨੇ ਤੇ 8-8 ਇੰਚ ਖੁਦਾ ਨੇ ਖਲੀਫਾ ਤੂੰ ਕਿਸ ਨਾਲ ਹਲਫ ਦੇ ਕਿਸ ਨਾਲ ਹਲਫ ਦੇ ਔਰ ਲੱਖ ਦੀ ਲਾਨਤ ਜੇ ਮਰ ਗਈਓ ਖੋਤੀ ਦੇ ਪੁੱਤਰਾ ਤੂੰ ਕਿਸ ਨਾਲ ਹਲਫ ਦੇ ਲੱਖ ਦੀ ਲਾਨਤ ਜੇ ਮਰ ਗਈਓ ਡੁੱਬ ਕੇ ਮਰ ਜਾਓ ਡੁੱਬ ਕੇ ਮਰ ਜਾਓ ਇਸੇ ਲਈ ਕੁੱਤੇ ਵਾਲੀ ਹੋ ਰਹੀ ਹੈ ਤੁਹਾਡੇ ਨਾਲ ਹਰ ਪਾਸੇ ਦਾਇਰਾ ਇਸਲਾਮ ਚੋਂ ਖਾਰਜ ਤੇਰੀ ਧੀ ਨੂੰ ਮੈਂ 14 ਪੁੱਟੋ ਨੂੰ ਵੋਟ ਵੀ ਦੋ ਪੁੱਟੋ ਕੋ ਵੋਟ ਵੀ ਦੋ ਨੋਟ ਵੀ ਦੋ ਤੇਰੀ ਧੀ ਨੂੰ ਪੁੱਟੋ ਨੇ ਤੁਹਾਡੀ ਬੁੰਡ ਦੇ ਉੱਤੇ ਲੱਤ ਮਾਰੀ ਪੁੱਟੋ ਨੇ ਤੁਹਾਡੀ ਬੁੰਡ ਦੇ ਉੱਤੇ ਲੱਤ ਮਾਰੀ ਤੇਰੀ ਰਨ ਬੜੀ ਸੈਕਸੀ ਹੈ ਮਜ਼ਾ ਆ ਗਿਆ ਮਿਰਜ਼ਾ ਤਾਹਿਰ ਕਹਿੰਦਾ ਪੁੱਟੋ ਕੋ ਵੋਟ ਵੀ ਦੋ ਨੋਟ ਵੀ ਦੋ ਪੁੱਟੋ ਕੋ ਵੋਟ ਵੀ ਦੋ ਨੋਟ ਵੀ ਦੋ ਮਜ਼ਾ ਆ ਗਿਆ ਮੈਂ ਬੁੰਡ ਵਿੱਚ ਮੰਨੀ ਕੱਢੀ ਸੀ ਤੇਰੀ ਰਨ ਦੀ ਕੁਸ ਫੇ ਤੂੰ ਆਇਆ ਸੀ ਯਾਦ ਹੀ ਸਾਫ਼ ਕੀਤੀ ਸੀ ਕਹਿੰਦਾ ਹਾਂ ਦਰਦ ਹੋਈ ਉਹ ਮਰਜ਼ਈਆ ਹਲਫ ਦੇ ਤੇਰੀ ਮਾਂ ਖੁਦਾ ਨੇ ਕਿਵੇਂ ਬਣਾਏ ਨੇ ਤੇਰੇ ਜੰਬੇ ਦੀ ਮੈਂ ਧੀ ਨੂੰ 14 ਮਰਜ਼ਈਆ ਹਲਫ ਦੇ ਤੇਰੇ ਜੰਬੇ ਦੀ ਮੈਂ ਰਨ ਨੂੰ 14 ਨੇ ਖਲੀਫਾ ਬਣਾਇਆ ਸੂਰ ਤੇਰਾ ਸੂਰ ਨੂੰ ਖੁਦਾ ਨੇ ਖਲੀਫਾ ਬਣਾਇਆ ਨਾ ਜੰਬੇ ਗਾਂਡੂ ਨੇ ਤੇ ਖੁਦਾ ਨੇ ਮਿਰਜ਼ਾ ਤਾਹਿਰ ਜਿਹੜਾ ਰੋ ਕੇ ਮਰ ਗਿਆ ਮੇਰੇ ਨੇ ਬਣਾਇਆ ਕਿ ਅੱਲਾਹ ਤਾਲਾ ਕੋ ਮੌਜੂਦ ਮੁਝੇ ਹੀ ਬਣਾ ਦੇ ਜੰਬੇ ਕੋਲੋਂ ਚੁਦਾ ਪਹਿਲੇ ਉਹਦਾ ਆਪਾ ਉਹ ਮੌਜੂਦ ਬਣਿਆ ਸੀ ਉਹਦਾ ਆਪਾ ਨੂੰ ਲੋੜਾ ਦੇ ਉਹਦਾ ਆਪਾ ਪਹਿਲੇ ਮੌਜੂਦ ਬਣਿਆ ਨਸਲਿਆ ਭੈਣ ਦੇ ਕੁਸਿਆ ਗਾਂਡੂ ਦੁਆ ਕਰੇ ਅੱਲਾਹ ਕੋ ਜੋ ਕੋਈ ਵੀ ਗਾਂਡੂ ਨਹੀਂ ਹੈ ਸੀ ਗਾਂਡੂ ਨਹੀਂ ਹੈ ਮਿਰਜ਼ਾ ਨਾਸਰ ਕਹਿੰਦਾ ਇਹ ਹਦੀਸ ਬੁਣ ਮਰਾਂਦਾ ਹੈ ਤੂੰ ਬੁਣ ਮਰਾਂਦਾ ਮਿਰਜ਼ਾ ਨਾਸਰ ਕਹਿੰਦਾ ਇਹ ਹਦੀਸ ਹੀ ਝੂਠੀ ਹੈ ਮੁਜੱਦਦ ਦਾ ਤੁਸੀਂ ਕਰਨਾ ਕੁਰਾਨ में है हदीस में है ਉਹ ਲੱਖ ਦੀ ਲਾਨਤ ਜੇ ਉਹ ਲੱਖ ਦੀ ਲਾਨਤ ਜੇ ਵੈਸੇ ਭਾਈ ਦੇਵੇ ਮਦਦ ਤੇ ਤਨ ਬੜਾ ਹੁੰਦਾ ਹੋਏਗਾ ਜੇ 8 ਇੰਦਾ ਤੇਰੀ ਬੁਣ ਵਿੱਚ ਜਾਂਦਾ ਸੀ ਹੈ ਮਜ਼ਾ ਆਂਦਾ ਸੀ ਲੱਖ ਦੀ ਲਾਨਤ ਜੇ ਮੁਜੱਦਦ ਦਾ ਜ਼ਿਕਰ ਨਾ ਕੁਰਾਨ में ਜੰਬੇ ਨਾਲ ਵੀ ਤੂੰ ਵਾਰੀ ਵੱਟਾ ਖੇਡਦਾ ਜੰਬੇ ਦੀ ਕਦੀ ਲੈਣਾ ਕਦੀ ਦੇਣਾ ਕਦੀ ਲੈਣਾ ਕਦੀ ਦੇਣਾ ਉਹ ਕੰਜਰ ਖਾਨੇ ਨੂੰ ਮੰਨ ਕੇ ਬੈਠੇ ਹੋ ਜੰਬੇ ਦੀ ਵੀ ਕਦੀ ਤੂੰ ਬੁਣ ਲੈਣਾ ਕਦੀ ਦੇਣਾ ਕਹਿੰਦਾ ਵਾਰੀ ਵੱਟਾ ਖੇਡਣਾ ਜੰਬੇ ਉਹ ਕੰਜਰ ਖਾਨੇ ਨੂੰ ਮੰਨ ਕੇ ਬੈਠੇ ਹੋ ਕੰਜਰ ਖਾਨੇ ਨੂੰ ਮੈਂ 14 ਆਪਣੀਆਂ ਕੁੜੀਆਂ ਨਾਲ ਜ਼ੁਨਾ ਕਰਦੇ ਫਿਰਦੇ ਨੇ ਨਾਲ ਓ ਤੇਰੀ ਮਾਂ ਆਪਣੀਆਂ ਕੁੜੀਆਂ ਨਾਲ ਲੱਗੇ ਨੇ ਆਪਣੀਆਂ ਭੈਣਾਂ ਨਾਲ ਲੱਗੇ ਨੇ ਆਮਰ ਭਾਈ ਨੇ ਸਪ੍ਰਿੰਟ ਮਾਰਦੀ ਆਮਰ ਭਾਈ ਨੇ ਆਮਰ ਭਾਈ ਨੂੰ ਕਹਿ ਰਹੇ ਮੇਰੀ ਰਨ ਨੂੰ ਚੋਰ ਮੈਂ ਸਪ੍ਰਿੰਟ ਮਾਰਦੀ ਆਮਰ ਭਾਈ ਕੋਲ ਸ਼ਾਇਰੀ ਨਹੀਂ ਆਈ ਰਨ ਨੂੰ ਮੈਂ ਚੋਰ ਅੱਛਾ ਅਬ ਤੁਮ ਵੀ ਚੁੱਪ ਕਰ ਜਾਓ ਉਸ ਤੇ ਤੋਬਾ ਕਰਨੀ ਹੋਗੀ ਲੱਖ ਦੀ ਲਾਨਤ ਤੇਰੇ ਖਲੀਫੇ पुत्र देखो भाइयों आपके सामने ये कुत्ते का बच्चा हलफ देने के लिए तैयार मेरा खलीफा कहता मुजद्दद का जिक्र ना कुरान में है ना हदीस ना कुरान में है ना हदीस कुरान में है ना हदीस में इस कुत्ते के बच्चे ने मिर्जा महमूद हलफ नहीं देगा कि 4 गवाह लेके आओ हलफ नहीं देगा गांडू 4 गवाह लेके आओ 4 गवाह
مرزا مسرور کہنا 4 گواہ لے کے آؤ ورنہ نظام تمہارے خلاف ایکشن لے گا، میں کچھ نہیں کر سکوں گا. کہ جب تک روز 3-4 سے بنڈ نہ مرا لے اس کو چین نہیں آتا. یہ اس کا نام تھا رات کا راجا. مرزا مسرور نے خدا نے خلیفہ بنایا ہے. کہتا تھا دن کی رانی اور میں رات کا راجا. یہ دن کی رانی تھی اور رات کا راجا. بڑا سخت گانڈو رہا ہے. کنجر بھی جھوٹ بولتے ہوئے شرماتے ہیں. کنجر ولد الحرام بھی جھوٹ بولتے ہوئے شرماتے ہیں. جب پلو پکڑ کے دلیل مانگی جائے تو وہیں گھس جاتے ہیں جہاں سے نکلے ہوتے ہیں. کھیلتا ہے کبھی مرزائی وہیں پہ گھس گیا جہاں سے نکلا تھا. جواب نہیں دے رہا میری باتوں کا. کبھی مرزائی وہیں گھس گیا جہاں سے نکلا تھا. کبھی یہ اپنی بیوی جمبے کو دے دیتا ہے. یہ ان کے عام مرزائی جواب نہیں دے رہا. تیرے اس مسرور کنجر کو خدا نے خلیفہ بنایا ہے. تیرے اس مسرور کنجر حرامی کو خدا نے خلیفہ بنایا ہے. تیرے مرزا طاہر کو خدا نے خلیفہ بنایا تھا. تیرے مرزا ناصر کو بڈھے کو باندر کو خدا نے خلیفہ بنایا تھا. تیرے مرزا محمود کی شارت کیوں کٹی تھی؟ میں رب کعبہ کی قسم کو میرے سامنے ہوتا میں تیری چوک پہ کھڑے کر کے تیری بن مارتا. حکیم نورالدین صاحب پر چندے نورالدین صاحب پر چندے ہوتی کا بچہ لوریوں کو جماعت کے 2 ٹکڑے کیوں کیا اس حرامی نے؟ سنا ہے تو نے اپنے جواب دو. بن مارتا ہے. جواب دو حرامیوں. جواب دو کنجروں. باپ اس کی بن مارتے ہوئے پکڑا گیا. یہ خود اپنے بیٹوں کی بن مارتا. کنجروں لاہوریوں کو کیوں بگایا تھا 1914 کو؟ لاہوریوں کے اوپر ظلم کیوں کیا تھے؟ لانتیوں. چودے نا تیری ماں جماعت کے 2 ٹکڑے کیوں کیے تھے؟ لانتیوں. کیے تھے لانتیوں. کیے تھے لانتیوں. خانے کو خدا نے خلیفہ بنا دیا. لعنت تم پر سب پہ. اکبر کی ماں لعنت تم سب پر. جھوٹوں پر اللہ کی لعنت. تیری امی کی کس میں لن ڈالا. جھوٹوں پر اللہ کی لعنت. تیری امی پاری کس مٹی مرزائی پر کھلی لعنت. بڑی ہے. مرزائیوں پر تیری اما نے لعنت. بڑا چدوایا یار. کھلی ہے تیری مرزائیوں پر اللہ کی لعنت. اور مرزائیوں اس لیے ذلیل ہو رہے ہو. تیری راندی بھی اتنی کھلی ہے. اور مرزائیوں اس لیے ذلیل ہو رہے ہو. مرزائیوں مرزائیوں مسلمان تم پر تھوکتے ہیں. بونڈ ٹھیک ہے. مسلمان تم پر تھوکتے ہیں. گوری چٹی مسلمان تم پر تھوکتے ہیں. تھوکتے تیری میں رن مرزا مسرور پر تیری تھوکتا کا تو ہوں. رن میں کو مرزا محمود پر تیری تھوکتا رن ہوں. جو میں چدکڑ مرزا ہے. ناصر پر تھوکتا تیری ہوں. رن جو میں مرزا چدکڑ ہے. طاہر پر تھوکتا تیری ہوں. رن جو چدکڑ ہے. تمہاری بیٹیوں کے ساتھ یہ زنا کر رہے ہیں اور تم ان کنجروں کو مان کے بیٹھے ہوئے ہو. لعنت ہے تم پر. اکبر کی رن کو میں بتا ان کو خدا نے خلیفہ بنایا ہے. اکبر تو خود تو مرزا صاحب کو کس نے خلیفہ بنایا تھا؟ لولو پکڑ کے جواب اپنی دے. رن کی بن میں مرزائی جواب دے. مرزائی جواب دے. منی نکلنے مرزا لگی صاحب کو ہے. کس نے 13واں خلیفہ بنایا تھا؟ تیری رن کی مرزا صاحب کہتے ہیں میں خلافت نبوت بڑی بڑی رنوں کو کیا ہے وہ. یہ تیری کنجر رن کہاں کی سے بن پیدا کے ہو اپنا ہی گئے؟ مزہ ہے. تیری رن کی بن کی جواب اپنی دے. مزہ یہ ہے. کنجر کہاں سے تیری پیدا ہو رن کی گئے؟ بن کا اپنی یہ مرزائی کنجر خلیفے کہاں سے پیدا ہو گئے؟ اس کی رن کو اگر چودہ یہ نا تو دوبر اس میں کی سے بن نکلے. مرزا محمود کی دوبر میں سے. اے لوگوں سننے والوں مرزا محمود کی دوبر میں سے نکلے تیرے خلیفے. مارنا بونڈ بڑی تیرے خلیفے مرزا محمود کہتا تم بھی اپنی خلافت کا طریقہ ایجاد کر لو. اور شارہ کٹوا کے یا کتے کے حصے میں مرا حرامی. زیادہ گانڈو تے احمدی جماعت نو جفے زیادہ گانڈو پہن وہ لنا احمدی جماعت ہے. مرزائی مرزائیت ایک لعنت ہے. گانڈو گانڈو نسل مرزائیت ایک لعنت ہے. احمدی جماعت نہیں محمودی جماعت ہے. 1914 سے یہ محمودی جماعت ہے. اپنی اولاد کو یہ ایک لعنت ہے. یہ ایک لعنت ہے. دارہ اسلام سے خارج ہے. مسلمان تھوکتے ہیں تمہارے منہ کے اوپر. میری ماں کی چوت مسلمان تم پر لعنت بھیجتے ہیں دن رات. کی چوت چاٹتے ہیں. مسلمان تم پر لعنت بھیجتے ہیں دن رات. چوت بڑی مکے مدینے تم نہیں جا سکتے. کھلی بڑی ہے. حج تم نہیں کر سکتے. بھائی اس کو کوئی نہ مسجد کہنا کو بھائی. مسجد تم نہیں کہہ سکتے. بونڈ بڑی ہٹ کے دے دیے. قربانی تم نہیں دے سکتے. گھوڑی جھوٹوں کے آئی جی ہو تم. بن کے اس کی رن بن تمہارا کنجر خلیفہ بنتا ہے تو خدا کا نام لگا دیتے ہو. خدا نے خلیفہ بنا دیا. نئے نئے تم پر لعنت ہے دن رات. جھوٹوں پر اللہ کی لعنت ہے. او گھوم کھانے ہو. یہ بہن کا او لوڑا گھوم کھانے ہو. کی بن مارتا ہے. میں نے اس کو او گھوم کھانے والے مرزائیوں. جمبے کی گانٹ او پہ بڑا گھوم کھانے والے مرزائیوں. یہ بتاؤ کہ یہ خدا نے خلیفے بنائے ہیں جمبا اس کی گانٹ اور مارتا ہے. مجدد کے خلیفے بن کے بیٹھ گئے ہیں. یہ حرامی بہن کا لنگ گوڑا. یہ حرامی مجدد کے خلیفے بن کے بیٹھ گئے ہیں.
5,000 यूरो ले ले। ये मुजद्दद के खलीफे बन के बैठ गए हैं, ये हरामी कंजर, लोगों को अहमदियों के चंदे लूट रहे हैं। ये कंजर खाना अहमदियों के चंदे लूट रहा है। ये तेरा मिर्जा महमूद कुत्ते के हिस्से पे मरा, तेरा मिर्जा नासिर मरा कंजर। ये कंजर खानदान मुजद्दद के खलीफे बन के बैठ गए हैं। लोरियों की जमात तुमने तोड़ी, हकीम नूरुद्दीन साहब पर चंदे के गबन के इल्जाम लगाए, उनकी बेटी के साथ उनकी बेटी को जहर दिया, हाफिज बशीर मिस्री के साथ बलात्कार किया मिर्जा महमूद ने, रूफो को सीसल होटल से कंजर खाने में लेके गया, अपनी बेटियों के साथ जिना करता था। मिर्जा लुकी ने अपनी बेटी के साथ जिना किया। मिर्जा साहब कह रहे हैं कि मुजद्दिदीन का सिलसिला दायमी है। इस आयत को गौर से पढ़कर देख लो, क़यामत लो, क़यामत लो, क़यामत तक रसूल पाक सल्लल्लाहु अलैहि वसल्लम के खलीफे आएंगे। तुमने ये कंजर खाना कहां से खोला? बताओ, जवाब दो मर्जियो, तुमने ये कंजर खाना कैसे खोला? तेरी रन दी बुंड पे मार दे, सबर कर, मैं छुट्टन देना मनी ते कटन देना। तेरी रन अपनी बुंड पीछे मेरे लन विच भी मार रही है, मजा ले रही है। मर्ज़ई कुत्ते जवाब दे, तुमने ये कंजर खाना कैसे खोला? जंबे की माँ को चोद रहा हूं मैं चोद लूं पूरा, फिर बताता हूँ, ठीक है? ये बता, तूने ये कंजर खाना कैसे मैं खोला? जंबे की रन को मिर्जा चोद साहब रहा हूं, की मैं तहरीर रन के को खिलाफ चोद रहा क्यों हूं, गए? सारे को के ना के मैं कंजरों जवाब दूं। लोरियों को भगाया तुमने, गांडिया भैन दे लन्ना गांडुआ, हकीम नूरुद्दीन भैन साहब के चोदा ऊपर जुल्म गांडुआ किया। तू अपनी मिर्जा साहब की तहरीर के खिलाफ गए, कंजर खाना खोल के बैठ गए। गांडू भैन लोड़े, अपनी बेटियों के साथ जिना करने वाले लोगों, तेरी बेटी को तो हम चोदेंगे ना, चोद रहे हैं तेरी। इस्लाम फैल गया, इस्लाम फैल गया दुनिया में, हाय तेरी बेटी या कंजर खाना फैल गया दुनिया में? मजा आ गया वैसे तेरी बेटी को कंजर खाना फैल गया दुनिया में, तेरी तीनों यदा मजा आ गया। दुनिया के किनारों तक मैं तेरी तबलीग आ गई, मैं कह रहा तेरी मिर्जा तीनों महमूद ने कहा कि मैं इस कंजर खाने को दुनिया के किनारों तक पहुंचाऊंगा। तू अपनी गांड नहीं मरवाई, हलफ दे ना कुत्ते के हिस्से पे शारक कटवा के मरा हरामी। पहले सांप मिर्जा साहब को इल्हाम हुआ इनका गबशरों का बेगुलाम दाफला 3 लाख कि इनमें से तेरा कोई भी बेटा मुस्लिम मौत नहीं है। पास होता तेरे बच्चों वो हरामी कहता है अनवारुल उलूम जिल्द 1 सफा 150 तेरी बण माता कि हम तीनों भाइयों में से कोई मुस्लिम मौत नहीं है, लेकिन मैं अपनी कार्ड पेश करूंगा और अपनी शारक कटवाऊंगा। तू माँ चुदवा सकता है, सिर्फ फोन पे मेरे पास होता ना, तेरे जंबे की भी गांड मारता और तेरी भी, दोनों की खड़े करके मारता। मिर्जा मसरूर मेरे पास होता ना तो मैं उसकी शारक भी काटता, हरामी की। मैं दे तेरी तीन यांदा इन सारे कुत्तों की मैं शारक काटता। मिर्जा मसरूर, मिर्जा महमूद कहता है हम तीनों भाइयों में से कोई भी मुस्लिम मौत नहीं है, बंड को टांके लेकिन मेरा बाप सच्चा था, आइंदा जिंदगी में जरूर पैदा होगा। और लखदी लड़ने पर नहीं हो, ओ कंजरों को खलीफे बना के ले गए हो। भाई तू हलफ देना यार, हलफ क्यों नहीं दे रहा? वो कहता है मुझे ओपरा दिखाओ, खोती दिया ओपरा देखने का शौक है। गांडू की नस्ल और फ्रांस हलफ देना देखने गया तेरा कुत्ता और गांडू, तू किसी की जमात पर बोले तू तो गांडू तेरा जाली मुस्लिम मौत नंगी देना हलफ गया ओपरा में। देख खोती के बच्चे हलफ ओ कंजरों को मुस्लिम बना के बैठे हुए चढ़े लैंड बढ़ा के सूट हो, चढ़े कंजरों को मुस्लिम बना के बैठे हुए हो, ओ कंजर खाने को खलीफे बना के बैठे हुए हो। देखो भाइयों ये गांडू ओ बेशर्मो, ओ बेशरम मैंने 100 बार इसे कहा हलफ दो, होश मारो, अकल के नाखून लो। देता हूँ ये कुत्ते का बच्चा हलफ नहीं देगा, मुसलमान तुम्हारे मुंह पर नहीं देगा, गांडू रहा है। मुसलमान लानत भेजते हैं तुम पर। मुझे बताया ये बहुत बड़ा गांडू, चोरी जफरुल्लाह नहीं, बड़ा हाई लेवल का गांडू था, हाई लेवल का गांडू। सफा 323 जितना मैंने इस्लाम पर गौर किया, मैं अपने आप को मैं मुस्लिम और समझता हूँ। सफा 323 तेरे जंबे दी और 1944 को कहता है मैंने तो कभी गौर से नहीं पढ़ा था, आज पहली दफा मंगवा के पढ़ रहा हूँ। तेरे जंबे दी मैं 3 हुई, मैंने इसलिए ये इल्हाम कभी नहीं पढ़ा था कि मेरा नफ्स मुझे धोखा न दे दे। रन पर चढ़ा इसलिए लानत तुम्हारे मुस्लिम मौत पे, जो लानत तुम्हारे ये गांडू है भाइयों, ये गांडू है, इसको बोलो हलफ दे दे। 5,000 यूरो में कुत्ते का बचाऊंगा। 1925 को कहता है कि हजरत मसीह मौद ने खिलाफत का कोई निजाम नहीं दिया था, इतना बड़ा गांडू था ये, लेकिन खिलाफत इजाद करनी जरूरी थी। ये गाली नहीं दे रहा हूँ, ये हकीकत, खुदा की कसम हकीकत बता रहा हूँ, ये बहुत बड़ा गांडू था। खिलाफत हक्का इस्लामिया बहन चोद इतना बड़ा गांडू रहा है, आपको क्या कोई दो गुंडे उठ के ये ना कह दें
کہ ہم مسلم بن گئے ہیں اس لیے میں یہ نظام بہن کا لوڑا کرتا ہوں. شوقیہ گانڈو. وہ کتے کے ہتھے جماعت چڑھ گئی تھی, کتے ارے کے, تیری ماں دے وہ کتے سور کے ہتھے جماعت چڑھ گئی تھی 1914 کو. تو باہر نکلے ہیں میں اتھے وہ لن سور اور باندر کے ہاتھ جماعت چڑھ گئی تھی. تیری رن دی میں بنڈ وچ لن مارا ہائے چس آ گئی. اور لوریوں کو کہتا ہے, اور جب 1914 کو تیرے مسلم جنبے کے دی نعرے لگوائے اپنے ہاتھ میں. اور تیرے جنبے دی میں بنڈ مارا میں اسے منہ وچ لن پا کے نا کہتے ہیں انہوں نے لوریوں نے پوچھا کہ آپ کو الہام ہوا لین کہ آپ بنا کے مسلم دونوں ہو کو گئے؟ جمبو کو کہتا نہیں مجھے الہام تو نہیں ہوا, دونوں کو ان کے منہ میں الہام ڈال تو نہیں ہوا واری مجھے. واری جنبیا تو چوز سن مجھے الہام نہیں ہوا لیکن میں اپنی گانڈو کو گانڈ بول یہ پیش تو عادی کروں گا. گانڈو ہے نا, یہ تو عادی مجرم ہے گانڈو, یہ تو بہت عادی مجرم ہے. اس نے اتنے چوپے لگائے ہیں اور لعنت ہے تم پر مرزیو, مسلمان پھونکتے ہیں تمہارے منہ پہ. وہ گانڈ کا تو علف نہیں اور دیتا, اسلام پھیل گیا, گانڈ کا علف نہیں دے اسلام رہا. اس پھیل کو گیا. بولو قادیان چوپے کا سے علف دے تم دے کے بھاگے, چوپا نہیں لگا. ربوا سے تم بھاگے, کھوتی کا بچہ دے علف نہ کتی کا خدا بچہ, نے خلیفہ بنا دیا. لعنت ہے تم پر, کتے کا بچہ, گدی کا لعنت ہے بچہ, تم پر, گدی کے بچے, کتی کے بچے, لعنت ہے مرزا محمود پر اور اس کی نسل پر لعنت. بہن کا لوڑا کہتا تھا کہ منہ کے اندر فارق ہو, ایسا گانڈو جواب دے, جواب دے. اور ایسا لعنتی گانڈو ہے مرزئی, اس کو اس سے حلف لے لو, لعنتی مرزئی, میری اور 5000 حلف دے, حلف دے کہ تیرے خلیفے خدا نے بنایا. حلف دے, چوپا نہیں لگوایا, حلف دے حرام زادے, حلف دے اس نے چیک آؤٹ نہیں کرایا, حرام زادے, حلف دے چیک آؤٹ نہ کہ کرایا. تیرے یہ خلیفے خدا نے بنائے ہیں. اس کو بولو نا بہن چوت کو, اور لعنتی کہتا ہے, لعنتی کہتا ہے تم بھی اپنی خلافت کا طریقہ یاد کر لو. کا بچہ, گدی کا بچہ. مرزا صاحب کہتے ہیں کہ اس آیت کو غور سے پڑھ کر دیکھ لو, اسی وعدے کے مطابق میں آیا ہوں, اس لیے موت کہلاتا ہوں. بہن چوت ابھی بھی اس کتے میرے بعد بھی رسول پاک صلی اللہ علیہ وسلم کے خلیفے آتے رہیں گے کیونکہ شریعت ان کی ہے. لعنت ہے مرزیو تم پر, اس کے بیٹے لعنت ہے تم پر خدا کی. ماری, ابھی بھی اس کو چین یہ نہیں. مجددین کا سلسلہ ہے, دائمی ہے, قیامت تک جاری رہے گا. نسلی اور تمہارا مرزا محمود کہتا ہے مجدد کا ذکر چھوڑو, ہمارے کنجر خانے کو اپناؤ. نسلی گھوڑے, گھوڑے. مرزا مسرور کنجر کہتا ہے مجدد کا ذکر نہ قرآن میں ہے نہ حدیث میں ہے. یہ کتے کا بچہ آج مولوی بنا ہوا ہے, بن مرا. لعنت ہے مرزیو تم پر, اللہ کی لعنت تم پر, جھوٹوں پر, کو بولو حلف دے دے, جھوٹوں پر اللہ کی لعنت. میری سزا بولے, اس نے بن نہیں مروائی. تیری صدا نہ میری صدا, مرزا محمود کی گھانٹ. دیکھا, ایک کھوتے کا بچہ نہیں جائے گا ادھر, نہیں اور جائے گا. لعنتی بتا تیرے خلیفوں کو خدا نے خلیفہ بنایا, جواب دے. رنگ روگن صاف تھا. اور لعنتیو, اور ربیو, مربیو, اور لعنتی ربیو, مربیو. گھوڑے گانڈو, تیری کیا بات ہے, تو ہے ہی گھوڑا. تھینک یو بردر. گھوڑے on the phone, asshole, motherfucker. او کنجر, گھوڑے This one. رن کو چودہ ہے نا, میں کنجر تو ہوں, تیری رن کی بن ماری ہے نا, میں کنجر ہوں. تیری رن چس آ گئی, تیری رن کی چٹی چٹی بن چس آ گئی. اچھا جواب نہیں دے رہے, خلیفے خدا نے بنائے نے. تیری ماں جواب دے مرزئی. تو میں بتاتا ہوں, تو پہلے قرآن پر حلف دے کہ تو نے گانڈ نہیں مرائی. گانڈ تو میں لن قرآن پہ حلف دے پہلے کہ یہ خلیفے خدا نے اب بنائے. تو پہچان لو, اب تو اس کتے کو پہچان لو کہ یہ گانڈو ہے, گھوڑا ہے. او مرزئی, او مرزئی, او گو کھانے مرزئی, گھوڑے, او گو کھانے مرزئی, بڑے گھوڑے, او گو کھانے مرزئی, گھوڑا ہے, بوڑھا گھوڑا. او لعنتی مرزئی. اور آتے جو پڑی ہوئی نہیں اور جاتی ہے. مرزا صاحب کہتے ہیں یہ مجددین کا سلسلہ ہے, دائمی ہے, قیامت تک جاری رہے گا. گھوڑا, اس آیت کو غور سے پڑھ کر دیکھ گھوڑے, لو, اسی وعدے کے تحت میں آیا ہوں, اس لیے موت کہلاتا ہوں. مجددین کا سلسلہ قیامت تک جاری رہے گا, اور وہ رسول پاک صلی اللہ علیہ وسلم کے خلیفے ہیں, کیونکہ شریعت ان کی ہے. تمہارے کنجر کہاں سے آ گئے, تمہارے کنجر خلیفے کہاں سے آ گئے, زانی بدکار خلیفے, اپنی بیٹیوں کے ساتھ زنا کرنے والے کہاں سے آ گئے. گھوڑا, اور لعنتیو, چندہ کرو, او چندہ کھورو, تمہارا یہ کنجر خانہ کہاں سے آ گیا, کہاں سے آ گیا تمہارا کنجر خانہ, جواب دے. گھوڑا, اور سالہ وصیت کی طرف بھاگتے ہو, دوسری قدرت, دوسری قدرت نے ٹھوکا آ کے تمہیں, ٹھوکا, گانڈو, دوسری قدرت نے آ کے تمہیں ٹھوکا, گانڈو, ایسا ٹھوکا, گھوڑے, ٹھوکا دوسری قدرت نے. جو اس کے ساتھ اس کے محلے میں رہتے ہیں, جب ہمارے سامنے آئے, نور الدین دوسری قدرت کا پہلا وزن تھا, دل میں آ جائے کہ یہ گھوڑا ہے, گانڈو ہے, گھوڑا.
تم لانتی جب اس مرضی کی جواب صورت دے، دیکھو لانتی کتے مرضی کے بچے کی، اس کتے کے بچے کی صورت دیکھتے جاؤ، منہ پر نہ بولو، دل میں تمہارے یہی میری بات لانتی ہے کہ مرضی گھوڑا، جواب دے، حکیم گاڈو، نور الدین یہ کیا دوسری گاڈو ہے، قدرت کا پہلا مذہب گاڈو، تھا؟ گاڈو، تو پھر اس کے آگے ماں کیوں پیش کر رہے تھے، دعائیں کیوں منگوا رہے تھے؟ اور لانتیو اور مرضیو، حکیم نور الدین سے دعائیں کیوں کروائیں دوسری قدرت کے ظہور کے لیے؟ تاریخ احمدیہ جلد 3 صفحہ 212، اور اس کے فوت ہونے کے بعد وہاں پہ وہ مینار لکھ دیا مقام ظہور قدرت ثانیہ، وہ مقام ظہور، وہاں پہ لکھو مقام ظہور کنجر خانہ، وہاں پہ یہ لکھو مقام ظہور کنجر خانہ، مرزیوں کا کنجر خانہ وہاں سے کھلا تھا 1914 کو، کیونکہ حکیم نور الدین تمہارے ساتھ ملا ہوا نہیں تھا، نہ ہی مولوی محمد علی تم سے ملا ہوا تھا، نہ ہی خواجہ نظام الدین تم سے ملا ہوا تھا، خواجہ کمال الدین۔ خواجہ کمال الدین کو کہتا ہے، اور خواجہ کمال الدین نے کہا کہ کیا آپ کو الہام ہوا ہے کہ آپ مسلم مود ہیں؟ کہتا ہے نہیں، مجھے الہام تو نہیں ہوا، لیکن میری گانڈ میں کیڑا ہے۔ کہتا ہے پھر ان لوگوں کو 150 لوگوں کو منع کریں کہ مسلم مود کے نعرے نہ لگائیں آپ کے حق میں۔ کہتا ہے میں نہیں منع کروں گا، کیونکہ کنجر خود مسلم مود بننا چاہتا تھا، دعویٰ کرنا چاہتا تھا۔ پھر خدا نے پکڑا 10 مارچ 1954 کو، ادھر آ، سورہ حاقہ کے مطابق جو ایک الہام بھی جھوٹا بنائے گا اس کو میں پکڑوں گا۔ پھر پکڑا گیا کنجر، پھر آخری 10 سال آخری گرد کی مار پڑی کنجر کو۔ میں نے اس سے پوچھا بھائی تم نے جماعت کیا تھا؟ یار جماعتیوں نے میری بیوی کو بہت چودا، کسی نے گانڈ میں، کسی میں منہ میں، کسی نے چوت میں، کہتے چوت کے میری بیوی کو کہیں نہیں چھوڑا، تو میں مجبوراً جماعت چھوڑی ہے۔ میں نے کہا سارے تو ایسے نہیں ہیں نا یار، 2-4 بندے ہیں انہوں نے 14 کو تیری بیوی کی بن او ماری۔ کوئی دلیل دے، یہ کوئی بھیڑ کا دلیل لوڑا، دے، مرزا صاحب کی دلیل ایک اور پیش کر۔ بات، ایک او اور بات مرزائی، ہے، او کہتا ہے مجھے مرزائی، وہ مرزا غصہ صاحب نہیں کی ہے، دلیل سے مجھے دلیل وہ دے کوئی۔ غصہ نہیں ہے۔ اس نے کہا مجھے وہ، میرے پاس کیا غصہ ہے؟ کہتا ہے کتے کا بچہ کہ میری او جماعت والے مرزائی، بن او نہیں مارتے، مرزائی، میں بڈھا ہو گیا او ہوں میری بن کافر، نہیں مارتے ہیں وہ، میں او باہر جانا مجدد کا پڑتا ہے، منکر باہر کافر، جانا پڑتا فاسق، ہے، او باہر والے فاسق، مجھے نہیں چھوڑتے او تھے، میری فاسق مجبوری مرزائی، ہے۔ مرزا صاحب کی میں تعلیم سے کوئی دلیل دے۔ جموی نسل میں اپنے خلیفے کو باہر میں نکال، وہاں جاؤں گا، اتھے میں بن میں ماروں اس گا کی تیری دوبر میں سے کیڑا نکالوں، خلافت کا کیڑا، بینڈو، میں اس کنجر میں کی اور دوبر میں سے خلافت کا کیڑا میں کہہ رہا نکالوں۔ ہوں بینڈ کے لوڑے الف دے نہ نکال اپنے کسی بھائی، مربی کو تیری باہر، گاڑ کس نے ماری؟ چل نکال اپنے نام ہی جعلی بتا خلیفے دے کو یار، باہر، نام دس دے کنے تیری، میں بتاؤں کس کے؟ اور جعلی خلیفے کو سارا باہر پتا ہے، نکال حرامی کو۔ فیصل نے تیرے ہمسائے نے، اس نے تیری بن ماری تھی، یاد ہے؟ اور اپنے خلیفے کو باہر نکال۔ مرزا صاحب کی اسلم کا تعلیم تو سے تو کوئی عاشق تھا، دلیل دے، حرامی مرزائی، اسلم کا تو عاشق تھا، حرامی تیری بیوی مرزائی، بھی۔ مرزا اچھا مزے مسرور کی کو بات، نکال بہن باہر، چودوں کی، مرزا محمود بیوی کو بھی اس کی قبر میں سے عاشق، نکال باہر۔ بیوی بھی عاشق ہے، خود بھی میں عاشق ہے، پوچھوں دیکھو وہ کیسے ایسا مسلم گاڑو کی معود ہے؟ نسل۔ قرآن تو اس کی تصدیق نہیں ہر کر رہا، تیری ماں نور یہ تمہاری سرکاریہ سے خلافت کی لوڑا دے۔ قرآن تو تصدیق نہیں سنے کر رہا، نہ امین مرزا نذیر کو صاحب بھی کے تو اعلان بیٹی تصدیق پیش کر کرتا رہے ہے، ہیں۔ امین نذیر کو بیٹی پیش کرتا ہے، اور سنا؟ نکال اس حرامیوں کو باہر، آئے تیری ان بیٹی، کنجروں کو باہر نکال۔ آئے تیری جب بیٹی، مسلم معود آئے گا، اسلام گاڈو، جبھی اور فاق میں پھیل جائے گا۔ گانڈو نسل، مظہر الحق گانڈو، والولائے کان یہ اللہ نسل ہی نظر گانڈو من ہے میرے السمائے، دوستوں ساتھیوں۔ یہ دیکھو یہ حلف نہیں مظہر دے رہا، الحق میں نے والولائے بتایا نا، کان اللہ اس نظر کتے من کے بچے سے السمائے۔ پوچھو اسلم کون ہے، فیصل اور تم کون تو ہے، دوبر میں گھس رحیم گئے ہو کون ہے، لانتیو، ندیم کون ہے، اسے پوچھو تو اور صحیح نا۔ چندہ خورو یہ لانتیو، اکٹھے بیٹھ کے لوڑے کھٹے 4 سے 5 اور اکٹھے نکال بتاتے اپنے ہیں۔ سور ہر خلیفے کو گانڈو کا باہر، بچہ، ہر نکال گانڈو، اپنے سور خلیفے کو ویسے باہر۔ تیری بنڈ کی ہمت ہے کیوں یار، چھپا ہوا ہے؟ چارپائی کے نیچے گھس گیا حرامی۔ کٹھے لے لینا سے تو ہے بڑا بڑا گانڈو ہے یار۔ دلیل دے مرزا صاحب کی تعلیم سے، قرآن سے، حرامی اور حلف دے اور کتے کا لاتی بچہ ہے، مرزائی۔ گانڈو کے بچے، اور گانڈو کے تمہارا بچے حلف دے نا، خلیفہ دوبر میں اور گھس گیا گانڈو ہے، کے جہاں سے بچے، نکلا تھا وہیں گھس گیا گانڈو ہے۔ کے بچے یہ ہگنے کے مرزا لیے طاہر راستے وہی پوچھی، گھس گیا تھا جہاں انہیں سے بہن نکلا چود تھا۔ مزے لینا شروع میرے کر لیے دیے۔ دعا کرے اللہ کھوتی تعالیٰ کا وہ بچہ، وجود مجھے ہی اور بنا بد دے، نسل بہن اور کے لوڑے، 2000 کا جلسہ یہ سن حرامی۔ ہگنے کا سسٹم تھا، تو نے مزے کہتا ہے لینے کہ کا اللہ سسٹم تعالیٰ نے بنا ایک لیا۔ وعدہ کیا تھا تیری کہ تجھ سے تیری ماں نسل سے ایک شخص کھڑا کیا جائے گا۔ اس سے اگلا کتی جملہ کا پڑھ، مظہر الحق بچہ، والولائے کان اللہ نظر من السمائے۔ گاڈ، یہ مسلم موعود کا تیرے پیو دادا بھی پٹ دے اعلان ٹر ہے۔ گئے، کتے دے اس کا پترا باپ تو پہلے پٹ بنا دے ہوا تھا ٹر مسلم جانا ہے، موعود، تیری اولاد نے پھر پٹنا وہ شروع کر بعد دے، میں خود پٹ دے رہو پہن کے مظہر لوڑے، الحق پٹتے رہ گاڈو، والولائے کان اللہ پٹ دے نظر رہ من گاڈیا، السمائے۔
اب بدنسلے اور یہ دوبر میں سے نکلے خلیفے، یہ گد میں سے نکلے خلیفے، اپنی بیٹیوں کے ساتھ زنا کرنے والے جعلی خلیفے۔ مرزا صاحب کی پگڑی دیکھ، سادہ پگڑی ہے، حکیم نور الدین صاحب کی پگڑی دیکھ، سادہ پگڑی۔ مرزا محمود سے کنجر خانہ شروع ہوا، ان کی پگڑیاں دیکھ، ان کی حرامیوں کی۔ پھر میری بن مارو، میں نے کہا ٹھیک ہے، پھر تینوں لکھ دی لعنت مرزائیو، کھوتی دے بچے دی، لکھ دی لعنت مرزائیو، ہائے تیری رن بن بڑی ڈب کے مر جو، ڈب کے مر جو۔ مسلمان جیسے گاڑو مسلمان تھوکتے ہیں تمہارے منہ پر، تم شکل دکھانے کے قابل نہیں رہے ہو، دے نا علف دے، تم شکل دکھانے کے قابل نہیں رہے ہو، اور لانتیوں دائرہ اسلام سے اخراج ہو گیا تمہارا، کی قسم اس کے اور تم نے تو اسلام پھیلانا تھا ہر اس کے طرف، ہمزائیوں نے بتایا، تم نے تو اسلام کا غلبہ اس کنجر خانے سے لاؤ گے، یہ شور مچائے گا، اسلام کا غلبہ اس کنجر خانے سے ہوگا۔ بہت بڑا گانڈو، جواب دے مرزائی، شوقین، نکال اپنے سور خلیفے کو باہر، شوقین، نکال اپنے حرامی خلیفے کو باہر۔ گانڈو اسلام کا تو غلبہ ہونا تھا، مظل الحق والولائے کان اللہ نزل من السمائے، بن پھڑ کے میرے لن وچ مار، مظل الحق والولائے کان اللہ نزل من السمائے، ایسے کہ جیسے خدا آسمان سے نیچے اتر آیا۔ ادھر تو کنجر خانہ اتر آیا، تیری رن دا ادھر تو کنجر خانہ اتر آیا۔ تیری رن دا ٹھوا، لعنت تم پر، تمہارے خلیفوں پر لعنت، رن دا ٹھوا، جھوٹے لوگوں پر لعنت، تمہارے مربیوں پہ لعنت۔ تیرے رن دی ٹھوئی، عیسائیوں کے ربی تھے، یہودیوں کے ربی تھے، محمودیوں کے مربی ہیں۔ تیری جنبی دے ماں دے قسم سن، لعنت تمہارے مربیوں پر، تیری جنبی دے تی دے لعنت قسم، تمہارے خلیفوں پر، اور باندر کے آچر کی دماغ اور لانتیوں تمہارا خلیفہ بھاگا ہوا ہے، تمہارا مرزا طاہر بھی بھاگا ہوا تھا، سب بھاگے ہوئے لوگ ہو تم، بدکار لوگ ہو تم، اور مسلمان حیات مسیح وفات مسیح پہ بات کر لو، ہماری خلافت کی لعنت پر بات گھوڑا نہ کہنے کرو، چلتا ہے ڈگ 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 ڈگ، حیات مسیح وفات مسیح پہ بات کرو، ایک جگہ اس کی فوٹو بنی ہوئی ہے، کنجر خانے پہ اس بات کی نہ فوٹو کرو، ہو کے لگا ٹک 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 ٹک، حیات مسیح وفات مسیح پہ بات جب کرو، بھی کنجر گھوڑا خانے چل پہ رہا ہے، بات جب نہ بھی کرو، گھوڑا، جب بھی گھوڑا، لعنت تم پر، لعنت، مسلمان کتے ہیں تمہارے، مسلمانوں نے دائرہ اسلام سے مکھی کی طرح نکال کے باہر پھینکا، کتوں کو، کنجروں کو، اچھا آگے جنبی چل رہا ہے، گھوڑا کنجروں کو باہر نکال کے پھینکا، جنبی دائرہ گھوڑا اسلام آگے سے۔ چل رہا ہے، یہ لعنت مرزیت پر، لعنت محمودیت پر، دونوں گھوڑے کٹے جائیں، لعنت مرزا مسرور پر، لعنت کنجر خاندان پر۔ زادی کن کڑی تے جماعت احمدی نو جفے، او گانڈو پہن کے لوڑے اپنی گانڈ پہلے صاف کر، جتھے بڑھ لوڑے لیندا رہے کھوتے دیا پترا۔ بس تیری ماں نو ہن لن وڑ گیا، آرام آیا ہے تیری۔ لیجئے ناظرین اور حاضرین، یہ جماعت احمدیہ تھی جو آپ نے ملاحظہ فرمائی۔ السلام علیکم۔ وعلیکم السلام۔ یار کی بدتمیزی یار، انہوں نے کنی دفعہ منع کیتا ہے تلت نو کہ نہ کریا کرو، لوکاں نو پرووک نہ کریا کرو، مار بن منع کیتا ہے، پھر دیکھو یار یوسفی کی کری انہاں دی تربیت ہوئی ہے جماعت۔ نہیں وہ تو اللہ صاحب زیادتی کردے رہے نا، جدو بھی آندے نے لوکاں نو پرووک کردے، انہوں نے منع کیتا ہے بھائی نہ کرو، نہ یہ بری بات ہے۔ برداشت نہیں۔ اصل وہاں دا مقصد ہے، روکن دا مقصد یہی سی کہ مرضیت ہے مرضیت۔ نہیں یار، یہ نہیں، احمدی کبھی گالی نہیں دے سکتا میرے بھائی، ماڑی گل ہے یار، احمدی کبھی گالی تھوڑی دیتا ہے۔ دیکھو جتنا ان کو منع کیا، اتنا منع کیا، نہ گالیاں دو، نہ دو یار گالیاں، وہ کہہ رہے نہیں ہم نے گالیاں دینی ہیں، باقی سب لوگ نیچے اترے، اب کیا کریں پھر ہم؟ اتنی گالیاں نان سٹاپ گالیاں دی، طلت ملک کو بار بار روکا، یہاں پہ میں نے بھی روکا کہ یار تم گالیاں نہ دو، وہ بھی پھر بدلے میں گالی دے گا،
वो कहता नहीं मैंने गालियां देनी है, मैंने मिर्जा साहब से सीखी गालियां। अब मिर्जा साहब ने आपको गालियां अगर सिखाई हैं तो इसका ये मतलब थोड़ी आप लोगों को भी गालियां। अस्सलाम वालेकुम। कौन जुते वालेकुम तलत मलक जुत गया मेरे को थोड़ा मसरूफियत का टाइम से पिछली बारी वो जुते अपना अकबर खान मलक दौड़ गया सी अकबर खान साहब जुत गए ਹਨ ਐਤਕੀ ਤਲਤ ਮਲਕ ਜੁੱਤੇ ਆ ਤੇ ਬੈਸਟ ਆਫ 3 ਹੋ ਇਹਨਾਂ ਦੀ ਕਰਵਾ ਦੇ ਆਗੇ ਕਿਸੇ ਦਿਨ। ਅਕਬਰ ਖਾਨ ਸਾਹਿਬ ਅੱਜ ਨਾ ਤਬੀਅਤ ਉਹਨਾਂ ਦੀ ਕੋਈ ਇੰਨੀ ਫਿਟ ਨਹੀਂ ਸੀ ਲੱਗ ਰਹੀ, ਲੱਗਦਾ ਪਿਆ ਸੀ ਕਿ ਖੁਦਲੇ ਤੋਂ ਅੰਦਰ ਠੀਕ ਨਹੀਂ ਆ। ਉਹਨਾਂ ਦਾ ਮਸਲਾ ਹੈ ਉਹ ਹਸਪਤਾਲ ਦੇ ਵਿੱਚ ਸਨ ਤਲਤ ਮਲਕ ਸਾਹਿਬ, ਆਪਣਾ ਅਕਬਰ ਖਾਨ ਸਾਹਿਬ ਜਿਹੜੇ ਨਾ ਅਮਰ ਭਾਈ ਉਹ ਡਾਇਲਿਸਿਸ ਕਰਾਉਂਦੇ ਹਨ ਹਸਪਤਾਲ ਹੀ ਸਨ। ਸਾਰੀ ਹੋ ਜੀ ਟਾਈਮ ਹੈ ਕਹਿੰਦਾ ਕਿ ਤਬੀਅਤ ਠੀਕ ਨਹੀਂ ਸੀ ਹਾਂ। ਵਰਨਾ ਨਹੀਂ ਛੋੜ ਛੱਡਦੇ ਨਹੀਂ ਹੁੰਦੇ ਆ। ਨਹੀਂ ਉਹ ਗੱਲ ਇਹ ਵੇ ਕਿ ਉਹਨੂੰ ਮਨਾ ਕੀਤਾ ਬਾਰ-ਬਾਰ, ਉਹ ਤਲਤ ਲਾਜ਼ਮੀ ਅਕਬਰ ਖਾਨ ਨੇ ਵੀ ਉਹ ਵੀ ਡਰਾਈਵਰ ਕੀਤਾ, ਆਖਿਆ ਵੀ ਜੇ ਹੁਣ ਤੁਸੀਂ ਗਾਲਾਂ ਕੱਢੀਆਂ ਤੇ ਅਸੀਂ ਪਿਛਾੜ ਜਾਣਾ, ਫਿਰ ਆਪਣਾ ਗਨ ਕੱਢ ਲਿਆ ਜੀ। ਉਹਨਾਂ ਫਿਰ ਕੱਢੀਆਂ ਨੇ, ਅਸੀਂ ਆਖਿਆ ਚਲੋ ਲਾ ਲਓ ਜ਼ੋਰ ਨਹੀਂ, ਅਸੀਂ ਪਿਛਾੜ ਜਾਂਦੇ ਹਾਂ। अपना टाइम से आके इतनी अहम गल हो रही सी, इतनी अच्छी गुफ्तगू हो रही सी, लोगों को सीखने को मिल रहा सी। हुण देखो कितना इन्होंने गंद पा दिया। थल्ले मिर्जाई आके भी गालां कढदे ने, थल्ले मिर्जाइयां नूं भी नहीं चैन रहे, थल्ले गालां कढदे ने पे मिर्जाई। मिर्जा साहब दी तालीम पेश कर रहे थल्ले बैठ के भी। खुदा दा खौफ खाओ यार, ਤੁਸੀਂ ਮਰਨਾ ਨਹੀਂ ਕਿ ਮਾਰ ਕੇ ਤੁਸੀਂ ਕਿਹੜੇ ਫੇਜ਼ ਚ ਲੱਗ ਜਾਣਾ। ਜਿਹੜਾ ਨਾ ਉਹ ਪੂਰਾ ਹੋ ਗਿਆ ਵੇ। ਮੈਂ ਮਰਜ਼ੀਅਤ ਨੂੰ ਨੰਗਾ ਕਰਨਾ ਸੀ, ਹਵਾਲੇ ਦੇ ਕੇ ਸਾਰਾ ਕਰਤਾ। ਉਹਨੇ ਗਾਲਾਂ ਕੱਢਣੀਆਂ ਸੀ, ਉਹ ਕੱਢਦਾ ਰਿਹਾ ਵੇ। ਉਹਨੇ ਇੱਕ ਹਵਾਲਾ ਨਹੀਂ ਦਿੱਤਾ। ਮੈਂ ਇਹਨਾਂ ਦੇ ਖਲੀਫਿਆਂ ਨੂੰ ਨੰਗਾ ਕਰਨਾ ਸੀ, ਕਰ ਦਿੱਤਾ। ਮੈਂ ਇੱਕ ਗਾਲ ਨਹੀਂ ਉਹਨੂੰ ਕੱਢੀ। ਮੈਂ ਉਹਨੂੰ ਕਿਹਾ ਕਿ ਇਸ ਵਾਸਤੇ ਗਾਲਾਂ ਕੱਢ ਰਿਹਾ ਸੀ ਨਾ, ਤੁਸੀਂ ਹਵਾਲੇ ਪੇਸ਼ ਕਰ ਰਹੇ ਸੋ ਗਾਲਾਂ ਕੱਢ ਰਿਹਾ ਸੀ। ਮੈਂ ਤਾਂ ਲਿਖਿਆ, ਮੈਂ ਕਿ ਜਿਹੜੇ ਹਵਾਲੇ ਦੇ ਰਹੇ ਨੇ ਅਕਬਰ ਖਾਨ ਸਾਹਿਬ, ਇਹਨੂੰ ਸੇਫ ਕਰ ਲਓ। ਹਾਂਜੀ, ਮੇਰਾ ਮਕਸਦ ਹੱਲ ਹੋ ਗਿਆ। ਮੈਂ ਕਰਨੀ ਸੀ ਤਬਲੀਗ, ਮੈਂ ਉਹ ਕਰ ਦਿੱਤੀ ਹੈ। ਮੈਂ ਇਹਨਾਂ ਨੂੰ ਰੋਜ਼ ਚੈਲੰਜ ਦਾਂਗਾ, ਇਹ ਆ ਕੇ ਮੈਨੂੰ ਗਾਲਾਂ ਕੱਢਣ, ਮੈਂ ਹਵਾਲੇ ਦਾਂਗਾ। ਇਹ ਸਾਬਤ ਕਰਨ ਕਿ ਆਪਣੇ ਖਲੀਫੇ ਇਹਨਾਂ ਦੇ ਸੱਚੇ ਨੇ। ਬਹੁਤ ਆਲਾ। ਅਸੀਂ ਤੇ ਦੇਖੋ ਤੁਹਾਨੂੰ ਐਪਰੀਸ਼ੀਏਟ ਕਰਨਾ, ਤੁਸੀਂ ਅੱਛੀ ਤਬਲੀਗ ਪੇਸ਼ ਕੀਤੀ। ਨਹੀਂ ਅਕਬਰ ਸਾਹਿਬ, ਤੁਹਾਡੇ ਵਾਲੀ ਸਾਈਡ ਤੇ ਤੂੰ ਇਸ ਵੇਲੇ ਠੰਡੇ ਰਹੇ ਹੋ, ਤੁਸੀਂ ਹਵਾਲਿਆਂ ਦੇ ਟੁਰ ਪਏ ਹੋ ਨਾ, ਤੇ ਉਧਰ ਗਾਲਾਂ ਵਾਲਾ ਕੰਮ ਸੀ, ਤੇ ਉਹ ਗਾਲਾਂ ਦੀ ਵਜ੍ਹਾ ਤੋਂ ਫਿਰ ਉਹ ਅਸੀਂ ਕਹਿ ਕੁਝ ਤੇ ਆ ਤੇ ਇਹਨਾਂ ਨੇ ਗਾਲਾਂ ਹੀ ਕੱਢੀਆਂ ਨੇ। ਇਹਨਾਂ ਦੇ ਕੋਲ ਹੈ ਫੱਲੇ ਜੋ ਕੁਛ ਨਹੀਂ। ਇਹ ਕਹਿੰਦੇ ਨੇ ਹਯਾਤੇ ਮਸੀਹ ਵਫਾਤੇ ਮਸੀਹ ਤੇ ਬਾਤ ਕਰੋ, ਕੰਜਰ ਖਾਨੇ पे बात ना करो। भाई वह हयाते मसीह पुराना हो गया। हयाते मसीह वफाते मसीह टापक पुराना हो गया वे। हुण ते मुस्लिम उत्ते गल करो ते अपनी खिलाफत दे उत्ते गल करो। ਇਹ ਟਾਪਕ ਨਵਾਂ ਵੀ ਸ਼ੁਰੂਆਤ ਹੀ ਉਹਨੇ ਕੀਤੀ ਸੀ। ਉਹ ਤਲਤ ਨੇ ਸ਼ੁਰੂਆਤ ਕੀਤੀ ਗਾਲਾਂ ਦੀ, ਉਹਨੂੰ ਨਹੀਂ ਸੀ ਕਰਨੀ ਚਾਹੀਦੀ। ਆ ਉਹਨੇ ਹੀ ਗੱਲ ਕੱਢੀ ਸੀ ਪਹਿਲੇ, ਸ਼ੁਰੂ ਹੀ ਉਹਨੇ ਕੀਤੀ ਗੱਲ। ਹਾਂ ਉਹ ਯਾਰ ਇਹਨਾਂ ਦੇ ਕੋਲ ਗਾਲਾਂ ਤੋਂ ਸਿਵਾ ਕੁਝ ਨਹੀਂ ਹੈ। ਮਿਰਜ਼ਾਈ ਬੰਦੇ ਨੂੰ ਪ੍ਰਵੋਕ ਕਰਕੇ ਗਾਲਾਂ ਤੇ ਮਜਬੂਰ ਕਰ ਦੇਣਾ। ਨਹੀਂ ਮੈਂ ਇਹਨਾਂ ਨੂੰ ਗਾਲ ਕੱਢਣੀ ਕੋਈ ਨਹੀਂ। ਮੈਂ ਇਹਨਾਂ ਨੂੰ ਗਾਲ ਕੱਢਣੀ ਕੋਈ ਨਹੀਂ। ਇਹ ਆ ਜਾਵੇ, ਮੈਂ ਫਿਰ ਤਲਬ ਨਾਲ ਦੀ ਬਰਾੜ ਤੇ ਜਾਵਾਂਗਾ। ਫਿਰ ਉੱਥੇ ਮਰਜ਼ਾਈ ਇਕੱਠੇ ਹੋਣਗੇ, ਫਿਰ ਮੈਂ ਆਪਣੀ ਤਬਲੀਗ ਕਰਾਂਗਾ। ਉਹ ਯਾਰ ਕੱਢਣ ਲੇਕਿਨ ਸਾਬਤ ਤੇ ਕਰਨ ਨਾ ਆਪਣੀ ਖਿਲਾਫਤ। ਮਰਜ਼ਾਈਆਂ ਨੂੰ ਪਤਾ ਤੇ ਲੱਗੇ ਕਿ ਕਿਹੜੇ ਕਿਹੜੇ ਗੁੱਲ ਖਿਲਾਏ ਨੇ ਮਿਰਜ਼ਾ ਮਹਿਮੂਦ ਨੇ, ਮਿਰਜ਼ਾ ਨਾਸਰ ਨੇ, ਮਿਰਜ਼ਾ ਤਾਹਿਰ ਨੇ। ਮਿਰਜ਼ਾ ਤਾਹਿਰ ਆਪਣੇ ਵਾਸਤੇ ਦੁਆ ਕਰਾਂਦਾ ਮਰਿਆ ਵੇ 2000 ਦੇ ਜਲਸੇ ਦੇ ਉੱਤੇ। तो मेरे लिए दुआ करें अल्लाह ताला वो वजूद मुझे ही बना दे। इको वजूद दा वो मुस्लिम मौत दा वजूद है। पहले ਉਹਦਾ ਅੱਬਾ ਬਣਿਆ ਸੀ, ਉਹਦੇ ਤੋਂ ਕਹਿੰਦੇ ਕਿ ਅੱਲਾਹ ਤਾਲਾ का वादा है कि तुमसे और तुम्हारी ही नस्ल से एक शख्स खड़ा किया जाएगा। ਇਹਦਾ ਅਗਲਾ ਜੁਮਲਾ ਵੇ ਮਜ਼ਰੁਲ ਹੱਕੇ ਵਾਲੋ ਲਾਏ ਕਾਨ ਅੱਲਾਹ ਨਜ਼ਲਾ ਮਿਨ ਸਮਾਏ। ਇਹ ਮੁਸਲਿਮ ਮੌਤ ਦੇ ਮਰਕਜ਼ੀ ਨਿਸ਼ਾਨੀ ਹੈ। ਇਹਦੀ ਉਹ ਦੁਆ ਮੰਗਵਾ ਰਿਹਾ ਸੀ। ਇਹ ਜੁਮਲਾ ਉਹਨੇ ਛੱਡ ਦਿੱਤਾ ਮਿਰਜ਼ਾ ਤਾਹਿਰ ਨੇ। ਕਿਆਮ ਦੀਆਂ ਦੇ ਕੰਨ ਨਾ ਖੜੇ ਹੋ ਜਾਣ ਕਿ ਪਹਿਲੇ ਤੇ ਤੇਰਾ ਅੱਬਾ ਬਣਿਆ ਸੀ ਮੁਸਲਿਮ ਮੌਤ, ਹੁਣ ਤੂੰ ਆਪਣੇ ਲਈ ਦੁਆ ਕਰਾ ਰਿਹਾ ਮੈਂ। ਤਰੀਖੇ ਆਮ ਦੀ ਜਿਲਦ 17 ਸਫਾ 182 183 ਪੜ੍ਹ ਕੇ ਉੱਥੋਂ ਵੇਖ ਲਾਂਗੇ। ਅੰਬਰ ਭਾਈ ਥੱਲੇ ਕਮੈਂਟਸ ਪੜ ਕੇ ਨਾ ਤੇ ਮੇਰੇ ਹਾਸੇ ਹੀ ਸਭ ਰੁਕਦੇ। ਜਿਹੜੇ ਲਿਖਦੇ ਹਨ ਮੈਂ ਥੱਲੇ ਨੇੜੇ ਹੋ ਜੋ ਪਰ ਸਹੀ ਹੋ ਤਬਲੀਗ ਸ਼ੁਰੂ ਹੋ ਗਈ ਜੇ। ਨਹੀਂ ਮੇਰਾ ਤਾਂ ਮਕਸਦ ਹੀ ਜਿਹੜਾ ਨਾ ਉਹ ਪੂਰਾ ਹੋ ਗਿਆ ਵੇ। ਗਾਲਾਂ ਦਾ ਕੀ ਹੈ ਇਹ ਮੈਂ ਤੇ ਫਿਰ ਕਰਨਾ ਨਹੀਂ। ਮਲਕ ਸਾਹਿਬ ਪਹਿਲ ਕੀਤੀ ਹੈ। ਮੈਂ ਤੇ ਕਹਿੰਦਾ ਯਾਰ ਮਰਜ਼ਾਈ ਮੈਨੂੰ ਆਪਣੀ ਬਰਾਡਾਂ ਦੇ ਉੱਤੇ ਚੁੱਕਣ।
ਤੇ ਮੈਨੂੰ ਗਾਲਾਂ ਕੱਢਣ ਤੇ ਲੇਕਿਨ ਮੈਨੂੰ ਮੇਰੇ ਨਾਲ ਦਲੀਲ ਨਾਲ ਗੱਲ ਕਰਨ, ਜਿੰਨੀਆਂ ਮਰਜ਼ੀ ਗਾਲਾਂ ਕੱਢਣ ਉਹਨਾਂ ਦੀ ਲੇਕਿਨ ਮੇਰੇ ਨਾਲ ਦਲੀਲ ਨਾਲ ਗੱਲ ਕਰਨ। ਇਹ ਦਲੀਲ ਤੁਹਾਨੂੰ ਕਬੂਲ ਹੈ? ਹਾਂਜੀ, ਇਹ ਦਲੀਲ ਜੇ ਉਹਨਾਂ ਕੋਲ ਮੈਨੂੰ ਆਮਰ ਨਜ਼ੀਰ ਸਾਹਿਬ ਕਬੂਲ ਨੇ ਗਾਲਾਂ, ਮੈਂ ਹੱਸ ਕੇ ਗਾਲਾਂ ਖਾਵਾਂਗਾ, ਲੇਕਿਨ ਮੈਂ ਉੱਥੇ ਸਾਰੇ ਹਵਾਲੇ ਦਿਆਂਗਾ ਔਰ ਇਹ ਮਿਰਜ਼ਾ ਸਾਹਿਬ ਦੇ ਕਿਤਾਬਾਂ ਦੇ ਹਵਾਲੇ ਦਿਆਂਗਾ, ਮਿਰਜ਼ਾ ਮਹਿਮੂਦ ਦੀਆਂ ਕਾਰਸਤਾਨੀਆਂ ਦੱਸਾਂਗਾ ਔਰ ਦਲੀਲ ਨਾਲ ਦੱਸਾਂਗਾ, ਉਹ ਮਿਰਜ਼ਾ ਨਾਸਰ ਦੀਆਂ ਕਰਤੂਤਾਂ ਦੱਸਾਂਗਾ, ਦਲੀਲ ਨਾਲ ਦੱਸਾਂਗਾ, ਉਹ ਸਬੂਤ ਉਹ ਦਿਆਂਗਾ ਨਾਲ। ਮਿਰਜ਼ਾ ਤਾਹਿਰ ਨੇ ਕਾਰਨਾਮੇ ਦੱਸਾਂਗਾ, ਸਬੂਤ ਦਿਆਂਗਾ ਨਾਲ। ਮਿਰਜ਼ਾ ਮਸੂਦ ਦਾ ਕੰਜਰਪੁਣਾ ਦੱਸਾਂਗਾ, ਸਬੂਤ ਦਿਆਂਗਾ ਨਾਲ। ਇਹ ਆਪਣੀ ਖਿਲਾਫਤ ਸਾਬਤ ਕਰ ਦੇਣ ਮਿਰਜ਼ਾ ਸਾਹਿਬ ਦੀ ਤਲੀਮ ਤੋਂ ਕੁਰਾਨ। ਅੱਛਾ, ਇਹ ਕਿਤੋਂ ਵੀ ਨਹੀਂ ਸਾਬਤ ਕਰ ਸਕਦੇ। ਇੱਕ ਗੱਲ ਮੈਂ ਮਹਿਸੂਸ ਕੀਤੀ ਹੈ ਅਕਬਰ ਖਾਨ ਸਾਹਿਬ ਜੀ, ਜਦੋਂ ਉਹ ਜੰਬਾ ਸਾਹਿਬ ਨੂੰ ਗਾਲ ਕੱਢਦੇ ਸਨ ਨਾਲ ਮਲਕ ਸਾਹਿਬ ਵਿੱਚ ਕਿਰੇ ਹਾਂਜੀ, ਤੇ ਤੁਹਾਨੂੰ ਕੋਈ ਖਾਸ ਗੁੱਸਾ ਨਹੀਂ ਸੀ ਲੱਗਦਾ? ਉਹ ਤੇ ਮੈਨੂੰ ਗੁੱਸਾ ਲੱਗਣਾ ਵੀ ਨਹੀਂ। ਮੈਨੂੰ ਕਿਉਂ ਗੁੱਸਾ, ਉਹ ਜਾਣੇ ਤੇ ਅੱਲਾ ਜਾਣੇ। ਜਦੋਂ ਤੁਸੀਂ ਉਹਨਾਂ ਦੇ ਕੱਢਦੇ ਹੋ ਨਾ ਖਲੀਫੇ ਨੂੰ ਗਾਲ, ਹਾਂ, ਤੇ ਉਹਨਾਂ ਨੂੰ ਬਹੁਤ ਬੁਰਾ ਲੱਗਦਾ। ਆ ਬੋਤਲ ਨੇ ਨਾ ਉਹਨਾਂ ਦੇ, ਬੋਤਲ ਨੇ ਨਾ, ਬੋਤਲ ਨੇ। ਮੈਨੂੰ ਤਾਂ ਪਤਾ ਜੰਬਾ ਸਾਹਿਬ ਸੱਚੇ ਨੇ, ਉਹ ਖੁਦਾ ਆਪੇ ਇਹਨਾਂ ਨੂੰ ਫੜੇਗਾ। ਮੈਨੂੰ ਕੀ ਲੋੜ ਹੈ ਇਹਨਾਂ ਨੂੰ ਫੜਨ ਦੀ, ਗਾਲਾਂ ਕੱਢਣ ਦੀ, ਕਿਉਂਕਿ ਜਿੰਨੀਆਂ ਮੈਂ ਇਹਨਾਂ ਨੂੰ ਗਾਲਾਂ ਕੱਢਤੀਆਂ ਨਾ ਅੱਜ ਤੱਕ, ਉਹ ਮਿਰਜ਼ਾ ਮਹਿਮੂਦ ਦੀ ਤਲੀਮ ਦੀ ਉਹ ਮੈਂ ਕੱਢਤੀਆਂ ਨੇ। ਹੁਣ ਮੈਨੂੰ ਜੰਬਾ ਸਾਹਿਬ ਦੀ ਤਲੀਮ ਆ ਗਈ, ਇਹਨਾਂ ਨੂੰ ਚਪੇੜਾਂ ਮਾਰਨੀਆਂ ਦਲੀਲਾਂ ਦੇ ਨਾਲ। ਪਰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਨਬੀ ਪਾਕ ਦੀ ਗੁਸਤਾਖੀ ਕਿਤੇ ਸਜ਼ਾ ਹੀ ਕੋਈ ਨਹੀਂ, ਤੇ ਜੇ ਇਹਨਾਂ ਦੇ ਖਲੀਫਾ ਨੂੰ ਕੋਈ ਗਾਲ ਕੱਢਦੇ ਤਾਂ ਮਾੜਾ ਲੱਗਦਾ। ਆਹੋ, ਇਹਨਾਂ ਨੇ ਖੁਦਾ ਬਣਾਏ ਨੇ ਨਾ, ਇਹ ਬੁੱਤ ਖੁਦਾ ਬਣਾਏ ਨੇ। ਨਬੀ ਪਾਕ ਦੀ ਉੱਤੇ ਉਹਨਾਂ ਨੂੰ ਸਮਝਦੇ ਨੇ, ਨਬੀ ਪਾਕ ਨੂੰ ਗਾਲ ਪਵੇ ਤੇ ਕਹਿੰਦੇ ਨੇ ਕੋਈ ਸਜ਼ਾ ਨਹੀਂ, ਕੋਈ ਸਜ਼ਾ ਨਹੀਂ, ਕੋਈ ਨਹੀਂ, ਬਸ ਠੀਕ ਹੈ, ਅੱਲਾ ਪਿੱਛੇ ਗੱਲ। ਉਹ ਯਾਰ ਨਬੀ ਪਾਕ ਨਾਲ ਇਹਨਾਂ ਦਾ ਤਲਕ ਕੋਈ ਨਹੀਂ ਹੈਗਾ। ਇਹਨਾਂ ਦਾ ਕੀ ਤਲਕ ਹੈ ਨਬੀ ਵਾਲਾ? ਇਹਨਾਂ ਦਾ ਮਿਰਜ਼ਾ ਸਾਹਿਬ ਨਾਲ ਕੋਈ ਤਲਕ ਨਹੀਂ। ਇਸੇ ਲਈ ਤੇ ਜ਼ਲੀਲ ਹੋ ਰਹੇ ਨੇ ਦੁਨੀਆ ਦੇ ਉੱਤੇ। ਇਹਨਾਂ ਦਾ ਕੋਈ ਤਲਕ ਨਹੀਂ ਨਬੀ ਪਾਕ ਨਾਲ, ਨਾ ਮਿਰਜ਼ਾ ਸਾਹਿਬ ਨਾਲ। ਇਹਨਾਂ ਦਾ ਤਲਕ ਸਿਰਫ ਇਹਨਾਂ ਖਲੀਫਿਆਂ ਨਾਲ ਹੈ, ਜਾਨੀ ਖਲੀਫਿਆਂ ਨਾਲ। ਇਹ ਜਿਹੜੇ ਕਹਿੰਦੇ ਨਾ ਖੁਦਾ ਨੇ ਖਲੀਫਾ ਬਣਾ ਦਿਆ, ਇਹਨਾਂ ਦਾ ਖੁਦਾ ਨਾਲ ਵੀ ਕੋਈ ਤਲਕ ਨਹੀਂ ਹੈ। اور یار انی ذلت جڑی ذلت ਇਹਨਾਂ ਨੂੰ ਮਿਲ ਰਹੀ ਹੈ, کیا وہ ਘਟ ਗਏ? ਇਹ ਥੋੜੀ ਸਜ਼ਾ ਖੁਦਾ ਇਹਨਾਂ ਨੂੰ ਦੇ ਰਿਹਾ ਹੈ। ਦਾਇਰਾ ਇਸਲਾਮ ਚੋਂ ਖਾਰਜ, ਮਸਜਿਦ ਨੂੰ ਮਸਜਿਦ ਨਹੀਂ ਕਹਿ ਸਕਦੇ, ਕਤਲ ਸੂਰਾਂ ਦੀ ਤਰ੍ਹਾਂ ਇਹ ਹੋ ਰਹੇ ਨੇ। ਬਿਲਕੁਲ ਯਹੂਦੀਆਂ ਨਾਲ ਵੀ ਇਹੀ ਕੁਛ ਹੋਇਆ ਸੀ, ਔਰ ਇਹਨਾਂ ਨਾਲ ਵੀ ਇਹੀ ਕੁਛ ਹੋ ਰਿਹਾ। ਵੇਖੋ ਮੈਂ ਇੰਨੀਆਂ ਦਲੀਲਾਂ ਦਿੱਤੀਆਂ ਨੇ, ਉਸ ਮਰਜ਼ਈ ਨੇ ਕੋਈ ਇੱਕ ਦਲੀਲ ਦਿੱਤੀ ਹੈ? ਨਹੀਂ, ਤੁਹਾਡੀਆਂ ਦਲੀਲਾਂ ਮਜ਼ਬੂਤ ਸਨ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਅਖੀਰ ਕਹਿਣ ਤੇ ਮਜਬੂਰ ਹੋ ਗਿਆ ਕਿ ਅਜੇ ਮੌਲਵੀ ਬਣਿਆ। ਇਹ ਸ਼ੇਖ ਸਾਹਿਬ ਆਏ ਨੇ। ਸ਼ੇਖ ਸਾਹਿਬ, ਤੁਹਾਡਾ ਕਿਸੇ ਦਿਨ ਮੁਨਾਜ਼ਰਾ ਕਰਾਉਣਾ ਮੈਂ ਤਲਤ ਦੇ ਨਾਲ ਨਾ। ਸ਼ੇਖ ਸਾਹਿਬ ਮਾਈਕ ਮਿਊਟ ਕਰਕੇ ਬੋਲੀ ਜਾ ਰਹੇ ਮੈਨੂੰ ਲੱਗਦਾ। ਤੁਹਾਡੀ ਗੱਲ ਸੁਣੋ, ਮੈਂ ਮੁਨਾਜ਼ਰਾ ਕਰਨਾ ਵੱਡੇ ਆਲਮ ਨੇ ਭਾਜੀ ਨੇ ਮੱਲੀ ਤੁਸੀਂ ਦੇਖਿਆ ਹੀ ਹੈ। ਨਹੀਂ, ਉਹ ਇੰਨਾ ਇਲਮ ਮੇਰੇ ਕੋਲ ਮੈਂ ਨਹੀਂ ਪੜ੍ਹ ਸਕਦਾ। ਬੜੇ ਵੱਡੇ ਡਿਬੇਟਰ ਨੇ ਉਹ। ਬਸ਼ੀਰ ਕਹਿੰਦੇ ਉਹਨਾਂ ਦੇ ਨਾਲ 2-4 ਗੱਲਾਂ ਕਰਾਂ, ਉਸ ਤੋਂ ਬਾਅਦ ਉਹ 1 ਘੰਟਾ ਮੇਰੀ ਮਾਂ ਭੈਣ ਪੁੰਦੇ ਰਹਿਣ। ਤੇ ਉਹ ਸ਼ੇਖ ਸਾਹਿਬ ਪੜ੍ਹਨਾ ਕੀ ਫਰਕ ਪੈਂਦਾ ਵੇ? ਉਹ ਕੁੱਤੇ ਦੀ ਔਕਾਤ ਨਜ਼ਰ ਆਏਗੀ। ਐਸਾ ਨਹੀਂ, ਬਹਰਹਾਲ ਨਹੀਂ ਹੋਣਾ ਚਾਹੀਦਾ ਨਾ ਇਹ ਗਲਤ ਹੈ। ਉਹ ਸ਼ੇਖ ਸਾਹਿਬ ਕੁੱਤੇ ਦੀ ਔਕਾਤ ਨਜ਼ਰ ਆਏਗੀ। ਇਹਨਾਂ ਨਾਲ ਮੱਥਾ ਲਾਇਆ ਕਰੋ ਮਰਜ਼ਈਆਂ ਨਾਲ। ਜੀ, ਗਾਲਾਂ ਕੱਢ ਜਾਣ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਸ਼ੇਖ ਸਾਹਿਬ ਤੋਂ ਸਾਰਾ ਸੁਣਿਆ ਵੇ, ਮਲਕ ਤਲਤ ਨਹੀਂ ਪਹਿਲਾਂ ਗਾਲ ਕੱਢੀ ਉਹਨਾਂ ਨੂੰ।
ਨਹੀਂ ਹੋਈ ਨਹੀਂ ਮੈਂ ਤੇ ਗਾਲ ਕੱਢੀ ਕੋਈ ਨਹੀਂ, ਮੈਂ ਤੇ ਕੋਈ ਗਾਲ ਨਹੀਂ ਕੱਢੀ। ਮੈਂ ਉਹ ਕੋਈ ਗੱਲ ਨਹੀਂ ਕਹਿ ਰਿਹਾ, ਕਹਿਣਾ ਮੈਂ ਕਹਿੰਦਾ ਨਹੀਂ ਕਰਨੀ ਸੀ। ਸ਼ੇਖ ਸਾਹਿਬ ਦੇਖੋ, ਤੁਸੀਂ ਇਸ ਚੀਜ਼ ਦੇ ਗਵਾਹ ਹੋ। ਚੰਗੀ ਭਲੀ ਗੱਲ ਕਰ ਰਹੀ ਸੀ, ਬਿਹਤਰੀਨ ਗੱਲ ਹੋ ਰਹੀ ਸੀ 1 by 1। ਇਹਨਾਂ ਨੇ ਪਹਿਲੇ ਗੱਲ ਬਿਲਕੁਲ ਹਾਂਜੀ, ਜਿਵੇਂ ਕੱਲ ਤੁਸੀਂ ਇੱਕ ਵਾਰੀ ਪਹਿਲੇ ਗੱਲ ਕੱਢ ਦਿੱਤੀ। ਨਹੀਂ ਲੇਕਿਨ ਅਕਬਰ ਸਾਹਿਬ ਨੇ, ਸੁਣੋ ਮੇਰੀ ਗੱਲ, ਅਕਬਰ ਸਾਹਿਬ ਨੇ ਪਹਿਲੇ ਸਿੱਧਾ ਆਂਦੇ ਉਹ ਮਿਰਜ਼ਾ ਬਸ਼ੀਰੁद्दीन महमूद फलाना टमकाना सारी गल। ਨਹੀਂ ਸ਼ੇਖ ਸਾਹਿਬ ਤੋਂ ਸੁਣਿਆ ਨਹੀਂ ਹੈ। ਅਕਬਰ ਸਾਹਿਬ ਨੇ ਸਿਰਫ ਇੰਨਾ ਆਖਿਆ ਕਿ ਮਰਜ਼ਈਆ ਗੱਲ ਸੁਣ, ਬਸ ਇਹ ਗੱਲ ਕੀਤੀ ਹੈ। ਉਹ ਤੂੰ ਉਹ ਫਰਮਾ ਕਿਆ ਸੀ ਕਿ ਮਰਜ਼ਈਆ ਅਮਰਦੀਨ ਦੀ ਗੱਲ ਸੁਣਦਾ ਵਿੱਚ ਨਾ ਬੋਲ। यूसुफी भाई कैसे हो? ठीक ठाक हो? अल्हम्दुलिल्लाह, शुक्र अल्लाह दा जनाब, ठीक ठाक। मतलब सब तुसी सुनाओ, ठीक हो? और ठीक हो? बढ़िया, शुक्र है। बहुत अच्छा, बहुत आला, फिर अपने बंदों को देखें। मदरा हो गया फिर? बहुत आला जी। देखो जी, अपने अपने दलाइल जेडे पेश कीते गए। वैसे अकबर खान ने मैं गौर करता रहा, इन्हें गाल नहीं कड़ी वाकई। नहीं कोई नहीं कटी। देखो गंदियां गालां सारियां उस बंदे ने कड़ियां ने। अल्लाह ਨੂੰ ਹਦਾਇਤ ਦੇਵੇ ਯਾਰ, ਸ਼ਰਮ ਕਰੇ। ਇਤਨੀਆਂ ਗੰਦੀਆਂ ਗੱਲਾਂ, ਔਰ ਇਸ ਉਮਰ ਦੇ ਵਿੱਚ ਇੱਕ ਉਮਰ ਦਾ ਹਿੱਸਾ ਹੁੰਦਾ ਨਾ, ਫਿਰ ਬੰਦਾ ਇਹ ਚੀਜ਼ਾਂ ਨੂੰ ਛੱਡਦਾ ਹੈ। ਅੱਛਾ ਇਹ ਬੰਦਾ ਚੰਗਾ ਭਲਾ ਮੁਸਲਮਾਨ ਸੀਗਾ, ਇਹ ਸੂਰਾਂ ਦੇ ਵਿੱਚ ਜਾ ਰਿਹਾ, ਇਸੇ ਦੀ ਗਾਲਾਂ ਕੱਢਦਾ। ਇਹਨੂੰ ਜੀ ਸੁਣਿਆ ਜਨਾਜ਼ਾ ਵੀ ਇਹਦੀ ਵਾਲਦਾ ਫੌਤ ਹੋਈ ਸੀ ਤੇ ਨਹੀਂ ਭਰਾਵਾਂ ਨੇ ਪੜਨ ਦਿੱਤਾ ਸੀ। ਪੜਨਾ ਨਹੀਂ ਆਉਂਦਾ ਨਾ, ਇਸ ਵਾਸਤੇ ਨਹੀਂ ਬੁਲਾਇਆ। ਕਹਿੰਦੇ ਤੈਨੂੰ ਪੜਨਾ ਤੇ ਆਉਂਦਾ। ਹਾਂਜੀ ਆਓ ਇਹਦੇ ਪੱਲੇ ਕੁਝ ਵੀ ਨਹੀਂ ਹੈਗਾ। ਦੇਖੋ ਫੀ ਸ਼ੇਖ ਸਾਹਿਬ, ਕੱਲ ਤੁਸੀਂ ਵੀ ਬੜੀ ਸੋਹਣੀ ਗੱਲ ਕਰ ਰਹੇ ਸੀ। ਤੁਸੀਂ ਪਹਿਲੇ ਗਾਲੀ ਗਲੋਚ ਤੋਂ ਆਗਾਜ਼ ਕੀਤਾ ਤੇ ਉਹ ਮਾਮਲਾ ਖਰਾਬ ਹੋ ਗਿਆ। ਐਨਜੀ ਤਲਤ ਸਾਹਿਬ ਨੇ ਵੀ ਇਹੀ ਕੰਮ ਕੀਤਾ। यार गल सुनो यूसुफी साहब, फिर मैं कहांगा चलो थोड़े हार्श लफ्ज़ ने, मैं ਤੁਹਾਨੂੰ ਕਹਾਂ यूसुफी साहब की गल है बैक्टियां गल्लां कर रहे हो, चरस नहीं पी ली नहीं, ਇਹ ਕੋਈ ਤੁਹਾਡੀ ਮਾਂ ਭੈਣ ਹੋ ਜਾਂ मैं नहीं कह ਤੁਸੀਂ ਮੈਨੂੰ ਜਵਾਬ ਵਿੱਚ ਕਹਿ ਦਿਓ ਯਾਰ। ਕੱਲ ਵਾਲੀ ਗੱਲ ਤੇ ਚਲੀ ਗਈ, ਮੈਂ ਵੈਸੇ ਗੱਲ ਕੀਤੀ, ਮੈਂ ਅੱਜ ਦੀ ਗੱਲ ਕਰ ਰਿਹਾ। ਤੁਸੀਂ ਬਾਰ-ਬਾਰ ਸੁਣੋ, ਤੁਸੀਂ ਬਾਰ-ਬਾਰ ਰਿਪੀਟ ਕਰਦੇ ਹੋ। ਤੁਸੀਂ ਪਹਿਲੇ ਗਾਲ ਕੱਢੀ, ਅੱਛਾ, ਗਾਲ ਚਲੋ ਮੈਂ ਨਹੀਂ ਗਾਲ ਕਰਦਾ। ਅੱਛਾ, ਮੈਂ ਨਹੀਂ ਮਾਂ ਨੂੰ ਕਰਦਾ। ਤੇਰੀ ਭੈਣ ਨੂੰ ਕਿਉਂ ਕਹਿੰਦੇ ਹੋ ਫਿਰ ਬਾਰ-ਬਾਰ? ਮੈਂ ਤੁਹਾਨੂੰ ਗੁੱਸੇ 'ਚ ਕਹਿੰਦੇ ਆ ਯਾਰ ਤੁਸੀਂ ਪਾਗਲ ਤੇ ਨਹੀਂ, ਮੈਂ ਵੈਸੇ ਗੱਲ ਕੀਤੀ। ਮੈਂ ਕਿਹਾ ਜਿਵੇਂ ਕੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਗੱਲ, ਪ੍ਰਵੋਕ ਕੀਤਾ ਸੀ ਉਂਝ ਹੀ ਉਹਨੇ। ਉਹ ਦੇਖੋ ਤਲਤ ਮਲਕ ਨੇ ਅੱਜ ਪਤਾ ਕੀ ਮੈਂ ਗੱਲ ਨਹੀਂ ਮੇਰਾ ਪਿਓ ਕੋਈ ਨਹੀਂ। ਉਹਨੇ ਇਹ ਗੱਲ ਮਤਲਬ ਮਨਾਜ਼ਰਾ ਹੋ ਰਿਹਾ ਤੇਰਾ ਕਿਸੇ ਦੇ ਨਾਲ। ਕੀਤੀ मैं वो मान रहा कि मैं की थी यार। यूसी का बात पता क्या है? बात ये है कि वो शख्स जब भी अभी आज भी देख लो, मैंने कोई बात नहीं की, उसने बताया कि फलां बात तू करेगा, मैं तेरे मुंह पे मार के तेरे 32 दंद तोड़ छोड़ांगा। ਤੇ ਉਹ ਹੁਣ ਮੈਂ ਉਹਨੂੰ ਕੀ ਕਹਾਂ? ਮੈਂ ਜਵਾਬ ਵਿੱਚ ਆਹੀ ਕਹਿ ਦਿਆਂਗਾ ਕਿ ਮੈਂ ਤੇਰੇ ਦੰਦ ਤੋੜ ਦਿਆਂਗਾ। ਮੈਂ ਜਵਾਬ ਵਿੱਚ ਤੈਨੂੰ ਕਹਾਂ ਤੇਰੀ ਮਾਂ ਨੂੰ, ਤੇਰੀ ਧੀ ਨੂੰ, ਉਹ ਤੇਰੀ ਸ਼ੇਖ ਭੈਣ ਨੂੰ। ਸਾਹਿਬ, ਉਹ ਕੱਲ ਵਾਲੀ ਗੱਲ ਟੁਰ ਗਈ, ਕੱਲ ਵਾਲੀ ਗੱਲ ਚਲੀ ਗਈ। ਬਸ ਫਿਰ ਤੁਸੀਂ ਕਿਉਂ ਆ ਕੇ ਕਹਿੰਦੇ ਹੋ ਹਾਲੀ ਤੁਸੀਂ ਗੱਲ ਸ਼ੁਰੂ ਕੀਤੀ? ਫਿਰ ਤੁਸੀਂ ਕੱਲ ਵਾਲੀ ਗੱਲ ਸ਼ੁਰੂ ਕਰਤੀ। ਮੈਂ ਸਿਰਫ ਗੱਲ ਸਮਝਾਉਣਾ ਚਾਹ ਰਿਹਾ ਸੀ ਤੁਹਾਨੂੰ। ਮੈਂ ਤੇ ਕੋਈ ਗੱਲ ਸਮਝਾਉਣ ਵਾਸਤੇ ਗੱਲ ਕੀਤੀ। ਹਾਂ ਤੇ ਗਾਲ ਨਾ ਕਹੋ, ਗਾਲ ਨਹੀਂ ਹੈਗੀ ਉਹ, ਗਾਲ ਨਹੀਂ ਹੈਗੀ। ਤੁਸੀਂ ਨਹੀਂ ਕਹਿੰਦੇ ਰੋਜ਼ ਆ ਕੇ ਜੀ ਕੋਕੋ ਵਾਈਨ ਤੇ ਸਾਡੇ ਵਾਸਤੇ ਫਿਰ ਗਾਲ ਹੈ ਉਹ ਕੋਕੋ ਵਾਈਨ ਵੀ। ਕੋਈ ਤਾਂ ਨਸ਼ਾ ਹੀ ਹੈ ਨਾ ਇੱਕ ਕਿਸਮ ਦਾ। ਕੋਕੋ ਵਾਈਨ ਗਾਲ ਨਹੀਂ, ਨਸ਼ਾ ਨਹੀਂ ਹੈ, ਚਰਸ ਗਾਲ ਹੈ। ਬਿਲਕੁਲ ਨਸ਼ਾ ਨਹੀਂ, ਚਰਸ ਗਾਲ ਹੈ। ਹਾਂ ਚਰਸ ਗਾਲ ਹੈ। तो फिर मेरे वास्ते कोको वाइन गाल है। गाल है, ऐसे भी कहने हो गाल ही है। जो तुम समझो जिस चीज को आप कोको वाइन कहते हो, शराबी कहना गाल है ना। हाँ लेकिन किसी बंदे ने आप अपनाई होवे, किने अगर किसी बंदे ने अपने आप ਨੂੰ ਸ਼ਰਾਬੀ ਕਿਹਾ ਹੋਵੇ ਜਾਂ ਆਪਣੇ ਆਪ ਨੂੰ ਸ਼ਰਾਬ ਪੀਣ ਵਾਲਾ ਅਪਣਾਇਆ ਹੋਵੇ, ਇਸ ਗਾਲ ਨੂੰ ਅਪਣਾਇਆ ਹੋਵੇ, ਤੇ ਉਹਨੂੰ ਕੀ ਕਹਾਂਗੇ? ਉਹਨੂੰ ਸ਼ਰਾਬੀ ਕਹੋ ਜਾ ਕੇ ਅਗਰ ਪੀਂਦਾ ਹੈ। ਹਾਂ ਬਹੁਤ ਆਲਾ, ਬਹੁਤ ਅੱਛਾ। ਹਾਂ ਉਹ ਤੇ ਸ਼ਰਾਬ ਹੈ ਨਹੀਂ, ਕੋਕੋ ਵਾइन ਤੇ ਦਵਾਈ ਹੈ, ਉਹ ਤੇ ਦਵਾਈ ਹੈ। ਫਿਰ ਮੈਂ ਕਹਾਂਗਾ ਫਿਰ ਤੁਸੀਂ ਕਹੋਗੇ ਸ਼ਾਇਦ ਨਹੀਂ, ਉਹ ਤਾਂ ਬਾਈਬਲ ਚ ਲਿਖਿਆ ਹੈ। ਇਹ ਗੱਲ ਹੈ, ਤੁਸੀਂ ਇਹਦੇ ਤੇ ਗੱਲ ਕਰ ਲਓ। ਅਗਰ ਉਹ ਤੁਸੀਂ बाइबल में जो बात लिखी है, मेरी बात सुने, मैंने आपको सिर्फ लिखा है कोको वाइन। अगर कोको वाइन दवाई है या शराब है, उसको सिर्फ इतनी बात है कि पीने वाले ने पीनी तो है ना, जिसने लिखा है उसने पी है ना। नहीं, इसको बाद में डिसाइड कर लेते हैं वो है क्या। अब मुझे ये बताएं, उसने बतौर नशा पिया उससे इसको नशा हो गया? भाई मैंने कब कहा है कि किसी ने नशे के लिए पिया या किसी ने आदत की वजह से पिया है? मैंने सिर्फ इतना पे पी तो है ना।
तो आपका उसको साबित करने का मकसद क्या? आपके वालिद दवाई पिए हैं, मैं इधर आके कहूँ आपके वालिद ने दवाई पी तो है अल्लाह ना? के बंदे, मैं कोई साबित नहीं कर रहा, मैं सिर्फ इतना पूछ रहा हूँ। अगर कोई बंदा अपने लिए लिख दे कोकोवाइन मैंने पी है, तो मैंने तो सिर्फ इतना पूछा उसने पी है ना, आप उसको दवाई कहें या उसको शरबत कहें, उसको आप कुछ और लस्सी कह दें उसको। बचपन से लेके आज तक हमने कितनी दफा खांसी हमें जब होती थी, कब सिरप पिए, आज भी जाके उठा के देखे उसमें लिखता है पॉइंट इतने % अल्कोहल है इसके अंदर। तो हम शराबी हैं? आप भी शराबी हो? तो मैं कब कह रहा हूँ, मैं कब कह रहा हूँ, मैं तो सिर्फ इतना कह रहा हूँ, इतना मान लेने में क्या हर्ज है कि हाँ यार वो उन्होंने कोकोवाइन पी है या वो पोर्ट वाइन या टॉनिक वाइन पी है, इतनी बात मैं कर रहा हूँ। उसको दवाई कह लो, शराब ना कहो, दवाई कह लो, लस्सी कह लो जी, वो उन्होंने पोर्ट वाइन के नाम से लस्सी मिला करती थी, वो पी है, उन्होंने पी है ना। यूसुफी भाई एक मिनट हफीज साहब, यूसुफी भाई ਉਹਨਾਂ ਨੇ ਇੱਕ ਮੇਰੇ ਹਕੀਮ ਨੇ ਅਰਕ ਕਿਹਾ ਸੀ ਪੀਵਿਆ ਕਰੋ, ਤਰਕ ਕਰ ਦਿੱਤਾ ਸਾਨੇ ਨਾ, ਇਹ ਖੁਦ ਕੁਲ ਪੀਤੀ ਸਾਨੇ ਨਾ ਆਪ। ਉਹ ਸੀ ਨਾ ਆਪਣਾ ਸਕਾਟ ਮਿਲਸ਼ਨ ਸੀ, ਤੇ ਉਹ ਥੋੜਾ ਰਿਐਕਟ ਕਰ ਗਈ ਸੀ, ਤੇ ਉਹ ਉਹਨਾਂ ਨੇ ਮਾਮਾ ਉਹ ਖਤਮ ਕਰਕੇ ਤੇ ਦੁਬਾਰਾ ਉਹਨਾਂ ਨੇ ਕੁਝ ਹੋਰ ਨੁਸਖਾ ਮੰਗਿਆ ਸੀ। ਮੈਂ ਤੇ ਸਿਰਫ ਇੰਨੀ ਗੱਲ ਪੁੱਛ ਰਿਹਾ ਵਾਂ ਕਿ ਇਹ ਅਗਰ ਇੰਨੀ ਗੱਲ ਕਰ ਰਹੇ ਨੇ ਕੋਈ ਦਵਾਈ ਸੀ, ਉਹ ਭਾਈ ਠੀਕ ਹੈ ਦਵਾਈ ਤੁਸੀਂ ਕਹਿ ਲਓ ਦਵਾਈ ਸੀ, लेकिन इकरार तो करो हाँ पीती सी। तुसी इकरार भी नहीं करते साहब, छुपते भी नहीं, सामने आते भी नहीं। आप उसको दवाई कह लें, मैं आपकी बात सुन लूंगा, लेकिन इतना बात मान लेने में क्या हर्ज है कि पोर्ट वाइन उन्होंने दवाई के तौर पे पी है। मान लो शेख साहब, मान लो नहीं अकबर साहब क्यों ਉਹ ਮੰਨਦੇ ਵੀ ਪਏ ਨੇ ਕਿ ਜੀ ਦਵਾਈ ਸੀ, ਦਵਾਈ ਤੁਸੀਂ ਕਹਿੰਦੇ ਪਏ ਹੋ ਕਿ दवाई के तौर पे इस्तेमाल की, ठीक है दवाई पीती हो यूसुफी साहब, ठीक है दवाई के तौर पे इस्तेमाल की, यानी कि जो भी है की उन्होंने। आप मुझे दवाई के तौर पे नहीं एक या नहीं की नहीं, मेरी सुने, आपने वो खत पढ़ा है ना यूसुफी साहब, इतना आराम से बोलने की जरूरत नहीं, आपने वो खत पढ़ा है ना। आप मुझे बताएं दुनिया का कौन सा डॉक्टर है, आप भी इतने अरसे से दुनिया में आए हुए, बीमार होकर डॉक्टरों के पास जाते हैं, वो आपको लिख के देते हैं कि यार जाके ना वोडका की एक बोतल ले ले और वो पी। नहीं कोई नहीं कहता, कोई नहीं कहता। तो फिर वो डॉक्टर उसको तजवीज कर रहे हैं, जो तजवीज कर रहे हैं, उसने क्या कहा यार तेरा किसी दवाई से इलाज मुमकिन नहीं है, तू प्योर शराब पी तो तू ठीक हो जाएगा। इसका मतलब वो उन्होंने अपनी मर्जी से पी थे? नहीं, डॉक्टर तजवीज कर रहा है, मैं कह रहा हूँ। डॉक्टर ने क्या तजवीज की थी? डॉक्टर ने, वो डॉक्टर से पूछ रहे हैं कि भाई मैंने ये पोर्ट मिल्सन की बात नहीं मैं कर रहा, मैं पोर्ट वाइन टॉनिक वाइन की बात कर रहा हूँ। यार आप चलें जो भी कर रहे हैं आप करते रहे, आपने जो कहना है आप कहें। आप वो अन्य आप दो तीन चीजों को मिक्स अप कर रहे हैं ना भाई। वो पंजाबी च कहंदे ना अन्य आगे रोना अखियां दा नास। ਤੁਹਾਡੇ ਨਾਲ ਕੋਈ ਇਸ ਮੌਜੂ ਤੇ ਗੱਲ ਕਰਨ ਦਾ कोई फायदा नहीं। पी नहीं पी, बस आप ये बता दें पी नहीं पी, पी नहीं पी, बस ये बता दें पी नहीं पी। आप खुद कह रहे हैं कि दवाई थी, वो दवाई थी, वो दवाई थी, और मैंने कहा ठीक है भाई वो दवाई थी, मैंने कहा ठीक है। नहीं मैं ये नहीं कह रहा, मैंने कब कहा कि वो शराब थी या नशा था। वो मैं तो सिर्फ इतना कह रहा हूँ कि वो आप जिस चीज को दवाई कह रहे हैं, मैं कहा हाँ उन्होंने वो दवाई पी थी। यार उन्होंने हजारों किस्म की जिंदगी में दवाइयां पी हैं। नहीं हफीज साहब तुसी एक वो नशा शराब में होता तो नाचती बोतल ऐ कहो तुसी शेख साहब। शेख साहब मुकाईदा वे काम नो, मुकाईदा वे साहब मुकाईदा नहीं। ਉਹਨਾਂ ਦਾ ਜਿਵੇਂ ਦਿਲ ਰਾਜ਼ੀ ਹੁੰਦਾ ਉਹਨਾਂ ਨੂੰ ਕਰ ਲੈਣ ਦਿਓ। ਚਲੋ ਇਹੀ ਮੈਂ ਤੁਹਾਨੂੰ ਕਹਿ ਰਿਹਾ। ਮੈਂ ਤਾਂ ਕੁਝ ਵੀ ਨਹੀਂ ਕਹਿ ਰਿਹਾ ਸ਼ੇਖ ਸਾਹਿਬ, ਤੁਸੀਂ ਨਾਰਾਜ਼ ਹੋਈ ਜਾ ਰਹੇ ਹੋ। ਮੈਂ ਤਾਂ ਤੁਹਾਡੀ ਗੱਲ ਨੂੰ ਜਿਹੜਾ ਨਾ ਉਹ ਸੈਕਿੰਡ ਕਰਨਾ ਪਿਆ ਵਾਂ ਕਿ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਦਵਾਈ ਪੀਤੀ ਸੀ। ਮੈਂ ਕਿਹਾ ਹਾਂਜੀ ਮੈਂ ਵੀ ਇਹ ਕਹਿ ਰਿਹਾ ਉਹ ਦਵਾਈ ਪੀਂਦੇ ਸਨ ਟੋਨਿਕ ਵਾਈਨ ਦੇ ਤੌਰ ਤੇ, ਟੋਨਿਕ ਵਾਈਨ ਉਹ ਦਵਾਈ ਦੇ ਤੌਰ ਤੇ ਪੀਂਦੇ ਸਨ। ਇੰਨੀ ਗੱਲ ਹੀ ਹੈ ਬਸ। ਜਾਂ ਤੁਸੀਂ ਕੋਈ ਨਹੀਂ ਪੀਂਦੇ ਸਨ ਜਾਂ ਕਹਿੰਦੇ ਸਨ ਜਾਂ ਉਹ ਪੀਂਦੇ ਸਨ। ਮੇਰੀ ਗੱਲ ਇੱਥੇ ਖਤਮ ਹੋ ਜਾਏਗੀ, ਹੋਰ ਗੱਲ ਕਰ ਲਾਂਗੇ। ਤੁਸੀਂ ਮੈਨੂੰ ਪਹਿਲੇ ਟੋਨਿਕ ਵਾਈਨ ਹੈ ਕੀ ਸੀ, ਸ਼ਰਾਬ ਕਿ ਦਵਾਈ? ਪਤਾ ਨਹੀਂ ਕੀ ਸੀ, ਮੈਂ ਕਿਹੜੇ ਪੀਤੀ ਕਦੀ, ਅੱਲਾ ਮਾਫ। ਤੇ ਫਿਰ ਕਾਹਦੇ ਤੋਂ ਪੁੱਛੀ ਜਾਂਦੇ ਹੋ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਤੇ ਕਿਉਂ ਪੁੱਛੀ ਜਾਂਦੇ ਹੋ? ਤੁਸੀਂ ਦੱਸੋ ਉਹ ਪੀਤੀ ਸੀ ਨਾ ਉਹਨਾਂ ਨੇ ਟੋਨਿਕ ਵਾਈਨ? ਜੋ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਪਤਾ ਨਹੀਂ ਕਿ ਸ਼ਰਾਬ ਹੈ ਕਿ ਦਵਾਈ ਹੈ, ਫਿਰ ਗੱਲ ਹੀ ਨਾ ਕਰੋ। ਜਾਂ ਤਾਂ ਤੁਹਾਨੂੰ ਪਤਾ ਹੈ ਕਿ ਪਿਓਰ ਸ਼ਰਾਬ ਹੈ ਫਿਰ ਗੱਲ ਕਰੋ। प्योर शराब नहीं है, अच्छा वो थोड़ी मिक्स नहीं करने की जरूरत नहीं है ना, बस चढ़ जाओ। मिक्स की है शराब है प्योर मतलब ਉਹਦੇ ਚ ਪਾਣੀ ਨਹੀਂ ਸੀ, ਪਾਣੀ ਪਾਇਆ ਸੀ ਉਹ
ਨੀਂਦ ਨਹੀਂ ਸੀ ਹੈ। ਸ਼ੇਖ ਸਾਹਿਬ ਵੀ ਕਮਾਲ ਆਦਮੀ ਨੇ। ਸ਼ੇਖ ਸਾਹਿਬ ਕੱਲ ਤੁਹਾਡਾ ਮਨਾਜ਼ਰਾ ਹੋਣਾ ਹੈ ਜੀ ਮਲਕ ਇਹਦੇ ਨਾਲ, ਤਲਤ ਦੇ ਨਾਲ। शेख साहब तंग ना करो, मेरे फ्रेंड ने। ਨਹੀਂ ਮੈਂ ਕਦੋਂ ਤੰਗ ਕਰਨਾ ਪਿਆ, ਉਹ ਆਪਣੀ ਤੰਗ ਹੋਈ ਜਾ। मैं भी मुनाजरा करवा नहीं रहा खत्म नबूवत दे नाल। हल तसल्ली नहीं हुई ਤੁਹਾਡੀ? ਯਾਰ ਬੰਦਾ ਪੁੱਛੇ ਉਹ ਵੀ ਤੁਸੀਂ ਬੜਾ ਅੱਛਾ ਉਹਨੂੰ ਕੀਤਾ। ਉਹ ਮਿਰਜ਼ਾ ਸਾਹਿਬ ਨੇ ਉਹਨੇ ਤੁਹਾਡੇ ਸਾਹਮਣੇ ਡਿਨਾਈ ਕਰ ਦਿੱਤਾ। ਉਹਨੇ ਕੋਈ ਇੱਕ ਵੀ ਗੱਲ ਮਿਰਜ਼ਾ ਸਾਹਿਬ ਦੀ ਔਨ ਨਹੀਂ ਕੀਤੀ। ਉਹ ਕਹਿੰਦੇ ਨਹੀਂ ਜਿਹੜੀ ਮੈਂ ਫਹਿਮ ਬਿਆਨ ਕਰ ਰਿਹਾ ਉਹ ਸਹੀ ਹੈ। ਮਿਰਜ਼ਾ ਸਾਹਿਬ ਨੇ ਜਿੰਨੀਆਂ ਗੱਲਾਂ वो मिर्जा साहब ਨੂੰ ਮੰਨਦੇ ਕਦੋਂ ਨੇ? ਉਹ ਨਹੀਂ ਨਾ ਅੱਲਾਹ ਨੂੰ ਮੰਨਦੇ ਨੇ, ਨਾ ਕੁਰਾਨ ਨੂੰ ਮੰਨਦੇ ਨੇ। ਕੁਰਾਨ ਅੱਲਾਹ ਕਹਿ ਰਿਹਾ ਕਿ ਮੈਂ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਖਲੀਫੇ ਬਣਾਵਾਂਗਾ। मिर्जा साहब है तफसीर कर रहे हैं और मिर्जा महमूद कहते तुम भी अपनी खिलाफत का तरीका याद कर लो। ये तो मिर्जा महमूद ਨੂੰ ਮੰਨਦੇ ਨੇ, ਨਾ ਇਹ ਕੁਰਾਨ ਨੂੰ ਮੰਨਦੇ ਨੇ, ਨਾ ਇਹ ਮਿਰਜ਼ਾ ਸਾਹਿਬ ਨੂੰ ਮੰਨਦੇ ਨੇ। ਇਹ ਤੇ ਇਸ ਕੰਜਰਖਾਨੇ ਨੂੰ ਮੰਨਦੇ ਨੇ। ਇਹ ਜਿਹੜਾ ਕੰਜਰਖਾਨਾ 1914 ਤੋਂ ਖੁੱਲਿਆ। ਅਕਬਰ ਖਾਨ ਸਾਹਿਬ ਉਹ ਵੀ ਇੰਝ ਹੀ ਕਹਿੰਦੇ ਨੇ ਤੁਹਾਨੂੰ? ਕਹਿੰਦੇ ਰਹਿਣ ਸਾਹਮਣੇ ਇੱਕ ਮਨ ਕਹਿ ਕੇ ਤੇ ਗਿਆ ਕਿ ਮਿਰਜ਼ਾ ਸਾਹਿਬ ਕਹਿਣ ਨਾ ਕਹਿਣ ਅਸੀਂ ਕੁਰਾਨ ਦਾ ਹਦੀਸ ਤੋਂ ਉਹਨਾਂ ਨੂੰ ਸਾਬਤ ਕਰਕੇ ਹੀ ਦਮ ਲੈਣਾ, ਅਸੀਂ ਨਹੀਂ ਛੱਡਣਾ। ਉਹ ਕਹਿਣ ਨਾ ਕਹਿਣ ਅਸੀਂ ਸਾਬਤ ਕਰਾਂਗੇ ਕੁਰਾਨ ਦਾ ਹਦੀਸ ਤੋਂ। ਇਹ ਕੋਈ ਗੱਲ ਹੈ ਕਰਨ ਵਾਲੀ? ਤੇ ਉਹ ਜ਼ਾਹਿਰੀ ਗੱਲ ਹੈ ਨਾ, ਉਹ ਮਿਰਜ਼ਾ ਸਾਹਿਬ ਨੂੰ ਡਿਨਾਈ ਕਰ ਰਹੇ ਨੇ ਨਾ। ਫਿਰ ਉਹ ਚੰਗੇਜ਼ ਖਾਨ ਸ਼ਾਬਾਸ਼ ਦੇ ਮਰਜ਼ਈ ਮਹਮੂਦੀ ਜਮਾਤ ਨੂੰ, ਜਿਨ੍ਹਾਂ ਨੇ ਗਾਲਾਂ ਨਾਲ ਮੁਕਾਬਲੇ ਦਾ ਜਵਾਬ ਦਿੱਤਾ ਵੀ ਇੱਕ ਵੀ ਦਲੀਲ ਪੇਸ਼ ਨਹੀਂ ਕੀਤੀ। ਨਾ ਮਿਰਜ਼ਾ ਸਾਹਿਬ ਦੀ ਤਾਲੀਮ ਤੋਂ, ਨਾ ਮੈਂ ਤੇ ਹਜ਼ਾਰ ਦਲਾਇਲ ਦਿੱਤੇ ਨੇ। ਉਹ ਤੇਰਾ ਖਲੀਫਾ ਵੀ ਲੁਕਿਆ ਵੇ, ਤੇਰੇ ਮੁਰੱਬੀ ਵੀ ਲੁਕੇ ਨੇ ਸਾਰੇ। ਤੇ ਚੰਗੇਜ਼ ਖਾਨ ਇਹਨਾਂ ਦੇ ਉੱਤੇ ਲਾਨਤ ਭੇਜ ਤੇ ਆ ਜਾ ਸਾਡੇ ਵੱਲ। ਅਸਲ ਮਿਰਜ਼ਾ ਸਾਹਿਬ ਦੀ ਤਾਲੀਮ ਅਸੀਂ ਲੈ ਕੇ ਚੱਲ ਰਹੇ ਹਾਂ, ਨਾ ਲਾਹੌਰੀ ਲੈ ਕੇ ਚੱਲ ਰਹੇ ਨੇ ਤੇ ਨਾ ਹੀ ਇਹ ਲੈ ਕੇ ਚੱਲ ਰਹੇ ਨੇ ਮਰਜ਼ਈ। ਚੰਗੇਜ਼ ਖਾਨ ਲਿਖਣ ਡਿਆ ਵੇ ਥੱਲੋਂ ਕਿ ਬਹੁਤ ਅੱਛਾ ਮੁਨਾਜ਼ਰਾ ਕਰਾਇਆ। ਤੇ ਮੁਨਾਜ਼ਰਾ ਜਿੱਤਿਆ ਕੌਣ ਹੈ ਗਾਲਾਂ ਦੇ ਵਿੱਚ? ਤੇਰੀ ਮਹਮੂਦੀ ਜਮਾਤ ਦਾ ਬੰਦਾ ਜਿੱਤਿਆ। ਮੈਂ ਤੇ ਇੱਕ ਗੱਲ ਵੀ ਨਹੀਂ ਉਹਨੂੰ ਕੱਢੀ। ਮੇਰਾ ਤਾਂ ਮਕਸਦ ਹੀ ਇਹੀ ਸੀ ਕਿ ਇਹਨਾਂ ਦੀ ਸ਼ਕਲ ਨਜ਼ਰ ਆਵੇ। ਅਕਬਰ ਸਾਹਿਬ ਤੁਸੀਂ ਮੇਰੇ WhatsApp ਤੇ ਬੁਲਾ ਕੇ ਉਹ ਥੱਲੇ ਕੌਣ ਲਿਖ ਰਿਹਾ ਹੈ? ਜ਼ੈਕ। हाँ जैक लिख रहा है शेख साहब ने अकबर साहब को WhatsApp पे क्यों ब्लॉक किया? ਤੁਸੀਂ ਬਲਾਕ ਹੋ ਮੇਰੇ WhatsApp ਤੇ? नहीं, ਇਹ ਕਹਿ ਰਿਹਾ ਯਾਰ। ਸਾਡੀ ਤੇ ਮੇਰੀ ਕੱਲ ਤੁਹਾਡੇ ਮੈਸੇਜ ਆਏ ਸੀ ਮੈਨੂੰ। ਹਾਂ, ਤੇ ਪਰਸੋਂ ਸਾਡੀ ਗੱਲ ਵੀ ਹੋਈ ਹੈ। ਆਹ ਮੇਰੇ ਵੀ ਤੁਹਾਨੂੰ ਮੈਸੇਜ ਜਾਂਦੇ ਨੇ, ਪਰਸੋਂ ਗੱਲ ਵੀ ਹੋਈ ਸੀ। ਹਾਂ, ਤੇ ਸੁਣ ਲਿਆ ਜ਼ੈਕ ਸਾਹਿਬ, ਹੁਣ ਤਸੱਲੀ ਹੋ ਗਈ। ਤੁਹਾਡੀ ਤੇ ਮੇਰੀ ਤਕਰੀਬਨ ਰੋਜ਼ ਸ਼ਾਮ ਨੂੰ ਗੱਲ ਹੁੰਦੀ ਹੈ, ਤਕਰੀਬਨ ਰੋਜ਼ ਸ਼ਾਮ ਨੂੰ। ਇੱਕ ਦਿਨ ਇੱਕ ਛੱਡ ਕੇ ਇੱਕ ਦਿਨ ਤੁਹਾਡਾ ਫੋਨ ਨਾ ਆਵੇ ਤੇ ਮੈਂ ਤੁਹਾਨੂੰ ਕਰ ਦਿੰਦਾ, ਜਾਂ ਤੁਸੀਂ ਮੈਨੂੰ ਮੈਸੇਜ ਭੇਜ ਦਿੰਦੇ ਹੋ ਕੋਈ ਨਾ ਕੋਈ। ਲੋਰੀ ਤੇ ਮੇਰੇ ਜਿਗਰ ਗੋਸ਼ਾ ਨੇ, ਜਦੋਂ ਦਾ ਮੈਨੂੰ ਪਤਾ ਲੱਗਾ ਨਾ ਕਿ 1914 ਨੂੰ ਇਹਨਾਂ ਨੇ ਕੀ ਗੁੱਲ ਖਿਲਾਇਆ ਗੰਦੀ ਔਲਾਦ ਨੇ, ਲੋਰੀ ਤੇ ਮੈਨੂੰ ਉਨੇ ਹੀ ਪਿਆਰੇ ਹੋ ਗਏ ਨੇ। ਅੱਛਾ, ਇਹਨਾਂ ਨੇ ਉਹ ਜ਼ਹਿਰ ਭਰਿਆ ਸਾਡੇ ਦਿਲ 'ਚ ਨਾ। ਮੈਂ ਰਵੇ ਵੱਡਾ ਹੋਇਆ ਵਾਂ ਲੋਰੀਆਂ ਦੇ ਖਿਲਾਫ ਨਾ, ਬਚਪਨ ਤੋਂ ਸੁਣ ਕੇ ਜੀ ਲੋਰੀਆਂ ਨੇ ਇਹ ਕਰਤਾ, ਲੋਰੀਆਂ ਨੇ ਉਹ ਕਰਤਾ। ਉਹ ਸਾਰੀਆਂ ਗੱਲਾਂ ਹੀ ਗਲਤ ਨਿਕਲੀਆਂ। ਉਹ ਲੋਰੀਆਂ ਨਾਲ ਜ਼ਿਆਦਤੀ ਹੋਈ ਸੀ, ਬਲਕਿ ਲੋਰੀਆਂ ਨੇ ਤੇ ਵਿਚਾਰਿਆਂ ਨੇ ਕੁਛ ਕੀਤਾ ਹੀ ਨਹੀਂ। ਉਹ ਤੇ ਸਿੱਧੀ ਰਾਹ ਤੇ ਚੱਲਦੇ ਰਹੇ ਨੇ। ਉਹ ਤੇ ਮਿਰਜ਼ਾ ਸਾਹਿਬ ਫੌਤ ਹੋਏ ਨੇ, ਹਕੀਮ ਨੂਰੁੱਦੀਨ ਸਾਹਿਬ ਫੌਤ ਹੋਏ ਨੇ, ਫਿਰ ਕੰਜਰਖਾਨਾ ਖੁੱਲ ਗਿਆ ਬਾਅਦ ਵਿੱਚ। ਲੋਰੀਆਂ ਨੇ ਤਾਂ ਕੁਛ ਨਹੀਂ ਕੀਤਾ। ਇਸੇ ਵਾਸਤੇ ਤੇ ਮੈਂ ਸ਼ੇਖ ਸਾਹਿਬ ਦੀ ਇੱਜ਼ਤ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਆਪਣਾ ਅਕਬਰ ਸਾਹਿਬ, ਇਹ ਕਹਿੰਦੇ ਨੇ ਖਿਲਾਫਤ ਵਾਲੇ ਸਾਡੇ ਭਰਾ ਕਿ ਤੁਹਾਨੂੰ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਨੇ ਜਮਾਤ ਤੋਂ ਤੁਹਾਡਾ ਇਖਰਾਜ ਕਰ ਦਿੱਤਾ, ਉਹਨਾਂ ਤੁਹਾਨੂੰ ਕੱਢ ਦਿੱਤਾ। ਮੈਂ ਕਿਹਾ ਇਹ ਮੈਨੂੰ ਤੁਸੀਂ ਸਾਬਤ ਕਰਕੇ ਵਿਖਾਓ ਕਿ ਉਹਨਾਂ ਨੇ ਇਖਰਾਜ ਕੀਤਾ, ਕੱਢਿਆ, ਜਾਂ ਮੌਲਵੀ ਮੁਹੰਮਦ ਅਲੀ ਸਾਹਿਬ ਨੇ ਉਹਨੂੰ 1 ਮਿੰਟ। ਯਾਰ ਸ਼ੇਖ ਸਾਹਿਬ ਇੱਕ ਮਿੰਟ ਠਹਿਰ ਜਾਓ, ਸ਼ੇਖ ਸਾਹਿਬ ਇੱਕ ਮਿੰਟ ਠਹਿਰ ਜਾਓ। ਇਹ ਤੇ ਤੁਸੀਂ 1914 ਦੀਆਂ ਗੱਲਾਂ ਕਰ ਰਹੇ ਹੋ ਨਾ। ਇਹਨਾਂ ਨੂੰ ਕਹੋ ਕਿ ਅਕਬਰ ਖਾਨ ਦਾ ਖਰਾਜ ਸਾਬਤ ਕਰ ਦਿਓ। ਮੇਰਾ ਖਰਾਜ ਸਾਬਤ ਕਰ ਦਿਓ। ਯਾਰ ਮੈਂ ਦਵਾਈ ਪਾ ਕੇ ਮਰ ਗਿਆ ਕਿ ਯਾਰ ਮੈਨੂੰ ਲੈਟਰ ਭੇਜੋ, ਮੈਨੂੰ ਖਰਾਜ ਕਰੋ ਮੇਰਾ। ਨਹੀਂ ਆਂਦਾ ਲੈਟਰ, ਆਂਦਾ ਹੀ ਨਹੀਂ। ਮੇਰਾ ਨਹੀਂ ਇਹ ਸਾਬਤ ਕਰ ਸਕਦੇ। ਇਖਰਾਜ ਤੇ ਤਾਂ ਹੁੰਦਾ ਕਿ ਉਹ ਖਲੀਫਾ ਬਣ ਗਏ ਹੁੰਦੇ, ਮੌਲਾਨਾ ਸਾਹਿਬ ਉਹਨਾਂ ਦੀ ਇਤਾਅਤ ਵਿੱਚ ਹੁੰਦੇ ਤੇ ਉਹ ਕਹਿੰਦੇ ਮੈਂ ਤੈਨੂੰ ਜਮਾਤ ਚੋਂ ਕੱਢ ਦਿੱਤਾ।
ਉਹਨਾਂ ਕਿਹਾ ਇਹ ਪਈ ਤੂੰ ਇਹ ਪਿਆ ਤੂੰ ਤੇ ਇਹ ਪਈ ਤੇਰੀ ਖਿਲਾਫਤ ਸਾਂਭ ਆਪੇ ਮੈਂ ਤੈਨੂੰ ਉਹ ਸ਼ੇਖ ਸਾਹਿਬ- ਬਸ ਸ਼ੇਖ ਤੇਰੀ ਸਾਹਿਬ ਖਲੀਫਾ ਨਹੀਂ ਇਹ- ਮੰਨ ਸਕਦਾ ਸ਼ੇਖ ਸਾਹਿਬ ਖਲੀਫਾ ਨਹੀਂ ਮੰਨ ਸਕਦਾ ਸ਼ੇਖ ਸਾਹਿਬ 3 साल का था जब वो फौत हुई हैं, मगर आपने गाली दी। ये बहुत बुरा शब्द है कि आप मैं तो आपको सुनने आता हूँ, नीचे बैठ रहे थे तो आपने खुद कहा। अच्छा भाईजान ठीक है, आप ये जो बात कर रहे हैं आप सच्चे होंगे, मैं आपको झूठा नहीं कह रहा, बिल्कुल आप सच्चे होंगे। वो रिकॉर्डिंग ज़रा सुनाइए। ज़ाहिर बात है आपने जो उसको रिकॉर्ड की हुई है वो पूरा वीडियो है, मैं आपको उठा रहा हूँ, आप आके बैठे हुए हैं, कोई बात भी नहीं कर रहे, आप सो भी गए हैं, आपको पता भी नहीं है, और मैं कुरान बयान कर रहा हूँ। अचानक आपकी आंख खुल जाती है और मैं आपको गालियां देना शुरू कर देता हूँ और आपको उतार देता हूँ बकौल आपके। वो जरा वीडियो पेश कीजिए, मैं माजरत करने के लिए। ये नहीं, ये जो मैंने आपको बताया ये नहीं हुआ कल कि आपने मुझे बुलाया। मैं आपको कैसे झूठा कह सकता हूँ? जी प्रूफ मेरे पास नहीं है, क्योंकि मेरे मोबाइल की जो स्क्रीन रिकॉर्डिंग होती है ना वो नहीं होता मोबाइल के अंदर, नहीं तो मैं कर लेता, मगर मानना या ना मानना वो आप पर है। मैं कहता हूँ कि इस तरह के गनोने इल्जाम जब आप हम पर लगाते हैं तो फिर हम आपके भाई भी हैं, ये कैसे मुमकिन है? यानी इससे गनोने जी वो ज़ात है, मौजूद है, जो सबको देख रही है, वो जाने, मैं आप जाने, मेरे साथ जो हुआ मैंने वो आपको बता दिया। प्रूफ मेरे पास नहीं है क्योंकि मेरा मोबाइल इस वो रिकॉर्डिंग नहीं करता, नहीं तो करता होता तो मैं कर लेता जी। आई एम सॉरी जी, मैंने रिकॉर्डिंग नहीं की। जब आपके पास प्रूफ नहीं है ना भाई, तो ये आपकी बात मुश्किल है कि माना जाए। हाँ, कौन मानेंगे? आपकी बात मानेंगे? आपकी बात को मानेगा कौन? आमिर नज़ीर एंड आमिर नज़ीर का ग्रुप। इसी तरह आपकी बात को मानेगा गेंडा और उसका ग्रुप। इसी तरह आपकी बात कौन मानेगा? फैजान और उसका ग्रुप। और इसी तरह आपकी बात कौन मानेगा? सियालवी साहब और उनका ग्रुप। ये मानेंगे। जो ग्रुपों में बटे हुए हैं, जो टुकड़े टुकड़े हो चुके हैं, वो आपको मानेंगे। लेकिन जो आज़ाद हैं, अल्लाह ने उनको आज़ाद पैदा किया हुआ है, किसी का जो है कड़ा अपने सर पे उन्होंने नहीं रखा हुआ है, आपकी इस बात को नहीं मानेंगे। ये बात याद रखें। ठीक है जी, मुझे नीचे उतार दें जी, आपने खुद ही ऊपर लिया था, क्योंकि मैं अब आप किसी कुरान पाक और हदीस की कोई बात कर लेंगे तो बात फजूल है जो मैं और आप कर रहे हैं। मुझे आप नीचे उतार दें, मेहरबानी आपकी। चले आप मुझे बता दें, अल्लाह पाक का क्या हुक्म है हमें मुसलमानों के दरमियान कि हमारा क्या रवश होना चाहिए, क्या तालीम है? देखें जी, मैं आपके पास आता हूँ, मैंने आज भी आपको भाई का, दिन भी भाई का, मैंने सिर्फ आप अपनी जो 2-3 माह से या 4 माह से ला ले, 6 माह से ला ले, जो था मैंने वो अपने दिल की बात आपको बताई, तो आपने खुद ही मुझे अपना दुश्मन समझ लिया। हालांकि मैंने तो आपको दुश्मन या आपके बारे में कोई बुरा भला तो नहीं, मैंने कहा मैंने ये समझा कि ये हो रहा है, बस यही बात है, इसके अलावा कोई बात नहीं। ठीक है भाईजान, देखिए, अगर आपको हमारी तरफ से कोई तकलीफ पहुंची है, हम माजरत खां हैं आपसे। माफी मांगते हैं आपसे। ओके जी, मैं भी आपसे सॉरी करता हूँ जी, मुझे नीचे उतार दे, क्योंकि आप अब इल्म की कोई बात कर लें, ये तो बात फजूल है जी। चलिए ठीक है, मैं आपसे वही कर रहा हूँ ना, आपसे थोड़ी सी बात कर लेते हैं। क्या तालीम है हमारे लिए, मुसलमानों के लिए, कि हम किस तरह से हमारा बर्ताव होना चाहिए एक दूसरे के साथ? कि सबके साथ अच्छा सलूक होना चाहिए, चाहे मुसलमान। पहले अल्लाह ने क्या फरमाया? देखिए जी, मैं आलिम तो नहीं हूँ, मगर जो कुछ सुना है वो ही आपसे जो सीखा है वो ही नरमी से बात करते हैं, आपके साथ इज्जत से बात करते हैं, भाई यही है। मैं कुरान हदीस की आप खुद हमें बता दें, हम सुन लेंगे और याद कर लेंगे। यानी आप बता नहीं पाएंगे? देखें जी, मेरे पास मेरे बच्चे बैठे हुए हैं, घर वाले बैठे हुए हैं, अभी मैं नहीं बता सकता, बाद में इस मौजूद पे बात कर। ठीक है, फिर मैं आपको बता देता हूँ, ये ठीक है?
मैंने तो खुद कहा कि आप मुझे बता दें, मैं याद भी कर लूंगा, अमल भी कर लूंगा। बहुत अच्छी बात है, बहुत अच्छी बात आपने की। सबसे पहले कुरान से आप देख लीजिए, या अय्युहल्लज़ीना आमनू, ऐ ईमान वालों, ला यस्खर कौमुन मिन कौमिन असा अन यकूनू खैरम मिनहुम। ऐ ईमान वालों, खबरदार, तुम जो है वो जट खानदान से हो तो किसी और खानदान के बारे में, लोगों के बारे में, उस खानदान के बारे में मजाक ना करो, उसका टट्टा ना करो। तुम अपने आप को आला वरफा समझते हो सकता